हेलो दोस्तों, ਤੁਹਾਡਾ ਇਸ ਡਾਇਵਰਸਿਟੀ ਕਾਉਂਸਲਿੰਗ ਫਾਰਮੂਲਾ ਕੋਰਸ ਦੇ ਵਿੱਚ ਬਹੁਤ ਹੀ ਵੱਡਾ ਸਵਾਗਤ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇਸ ਟਾਕ ਦੇ ਵਿੱਚ ਟਾਈਮ ਕੱਢਿਆ, ਬਹੁਤ ਮੁੱਲੇਵਾਨ ਟਾਈਮ ਕੱਢਿਆ ਔਰ ਇਹਦੇ ਵਿੱਚ ਤੁਸੀਂ ਹਾਜ਼ਰ ਹੋਏ ਆ ਆਪਣੇ ਬਹੁਤ ਹੀ ਬਿਜ਼ੀ ਸਕੇਡਿਊਲ ਦੇ ਛੱਡ ਕੇ। ਮੈਂ ਆਸ ਕਰਦਾ ਹਾਂ ਕਿ ਤੁਹਾਡਾ ਟਾਈਮ ਇਸ ਟਾਕ ਦੇ ਦੌਰਾਨ ਬਹੁਤ ਅੱਛਾ ਰਹੇਗਾ ਤੇ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਤੁਹਾਡਾ ਟਾਈਮ ਬਹੁਤ ਅੱਛੀ ਤਰ੍ਹਾਂ ਗੁਜ਼ਰੇ ਔਰ ਤੁਸੀਂ ਲਾਈਫ ਦੀ ਕੁਝ ਅੱਛੇ ਨਗੇਟਸ ਸਿੱਖ ਕੇ ਜਾਓ। ਤੁਹਾਨੂੰ ਇਸ ਟਾਕ ਦੇ ਵਿੱਚ ਬਹੁਤ ਵਧੀਆ ਨੌਲੇਜ ਮਿਲੇਗੀ ਤੇ ਜੇ ਅਗਰ ਤੁਸੀਂ ਇਸ ਨੌਲੇਜ ਨੂੰ ਆਪਣੀ ਲਾਈਫ ਦੇ ਵਿੱਚ ਸੀਰੀਅਸਲੀ ਉਪਯੋਗ ਦੇ ਵਿੱਚ ਲਿਆਓਗੇ ਤਾਂ ਤੁਹਾਡੀ ਲਾਈਫ ਜਿਹੜੀ ਹੈ ਉਹ ਇੱਕ ਪੂਰਾ ਬਦਲ ਹੋਏਗੀ। ਤੇ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਨਾ ਆ ਕਿ ਇਹ ਜਿਹੜੀ ਨੌਲੇਜ ਸਿੱਖਿਆ ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਆ ਇਹ ਕੁਝ ਬਦਲਵੀਂ ਹੈ, ਜਿਹੜੀ ਕਿ ਤੁਹਾਡੇ ਪੁਰਾਣੇ ਜੋ ਤੁਸੀਂ ਅੱਜ ਤੱਕ ਦੀਆਂ ਦਵਾਈਆਂ ਆਪਣੇ ਮਾਡਰਨ ਸਿਸਟਮ ਔਰ ਮੈਡੀਸਨ ਤੋਂ ਲੈ ਰਹੇ ਹੋ ਉਹਦੇ ਨਾਲੋਂ ਭਿੰਨ ਹਨ। ਤੇ ਇਹ ਤੁਹਾਨੂੰ ਨੌਲੇਜ ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਆ ਇਹ ਬਹੁਤ ਹੀ ਯੂਨੀਕ ਹੈ ਔਰ ਇਹ ਤੁਹਾਨੂੰ ਬਹੁਤ ਈਜ਼ੀਲੀ ਆਸਾਨੀ ਦੇ ਨਾਲ ਨਹੀਂ ਕਿਤੋਂ ਵੀ ਮਿਲੇਗੀ, ਕਿਉਂਕਿ ਇਹ ਸਾਰੀ ਨੌਲੇਜ ਜਿਹੜੀ ਹੈ ਇਹ ਬੇਸ ਕੀਤੀ ਹੋਈ ਹੈ ਫੰਕਸ਼ਨਲ ਮੈਡੀਸਨ ਦੇ ਨਾਲ, ਹੋਲਿਸਟਿਕ ਮੈਡੀਸਨ ਦੇ ਨਾਲ ਤੇ ਨਿਊਟ੍ਰੀਸ਼ਨਲ ਮੈਡੀਸਨ ਦੇ ਨਾਲ। ਤੇ ਜਿਹੜੀ ਕਿ ਤੁਹਾਡਾ ਬਿਮਾਰੀ ਦਾ ਜੋ ਅਸਲ ਮੂਲ ਕਾਰਨ ਹੈ ਉਹਨੂੰ ਟੱਚ ਕਰਦੀ ਹੈ, ਨਾ ਕਿ ਉਹਦੀਆਂ ਅਲਾਮਤਾਂ ਨੂੰ। ਜਿਸ ਤਰ੍ਹਾਂ ਕਿ ਸਾਡੀ ਮਾਡਰਨ ਸਿਸਟਮ ਆਫ ਮੈਡੀਸਨ ਤੇ ਸਾਡਾ ਕਨਵੈਨਸ਼ਨਲ ਮੈਡੀਸਨ ਜਿਹਨੂੰ ਅਸੀਂ ਕਹਿੰਦੇ ਆ ਉਹ ਕਰਦੀ ਹੈ। ਔਰ ਇਹ ਜਿਹੜੀ ਮੈਡੀਸਨ ਦੀ ਗੱਲ ਮੈਂ ਕਰ ਰਿਹਾ, ਫੰਕਸ਼ਨਲ ਮੈਡੀਸਨ, ਹੋਲਿਸਟਿਕ ਮੈਡੀਸਨ ਤੇ ਨਿਊਟ੍ਰੀਸ਼ਨਲ ਮੈਡੀਸਨ, ਇਹਦੇ ਵਿੱਚ ਕੋਈ ਸਾਈਡ ਇਫੈਕਟਸ ਵੀ ਨਹੀਂ ਹੁੰਦੇ ਜਿਹੜੀ ਕਿ ਸਾਡੀ ਮਾਡਰਨ ਮੈਡੀਸਨ ਦੀ ਦਵਾਈਆਂ ਦੇ ਵਿੱਚ ਕਾਫੀ ਹੱਦ ਤੱਕ ਸਾਈਡ ਇਫੈਕਟਸ ਸਾਨੂੰ ਦੇਖਣ ਨੂੰ ਮਿਲਦੇ ਹੈਗੇ ਆ। ਮੈਂ ਆਪਣਾ ਤੁਆਰਫ ਤੁਹਾਨੂੰ ਕਰਵਾ ਦਵਾਂ। ਮੈਂ ਡਾਕਟਰ ਜਗਤਜੀਤ ਸਿੰਘ ਵਿਰਕ ਹਾਂ, MBBS, FCGP, FAMS, PG DGM और मेडिकल न्यूट्रिशनल स्पेशलिस्ट हाँ। और मेरा मिशन है कि मैं तकरीबन 1 मिलियन लेडीज़, यंग लेडीज़ नूं उन्हां दी लाइफस्टाइल, उन्हां दी जिहड़ी जीवन शैली हैगी आ उन्होंने अच्छी तरह हेल्दी, वाइब्रेंट ते फुल ऑफ लाइफ वाली करनी है, क्योंकि मैं उन्हां दी डाइवर्सिटी जिहड़ी है उन्होंने केयर करना है। और उन्हां दे मैडिसन जिहड़ी फंक्शनल मैडिसन, न्यूट्रिशनल मैडिसन और होलिस्टिक मैडिसन दी वरतों करके और इसी करके मैं फंक्शन डायवर्सिटी हीलिंग फार्मूला ते डायवर्सिटी हीलिंग मास्टरी जिहड़ी है ਉਹਦੇ ਮੈਥਡਸ ਜਿਹੜੇ ਆ ਉਹ ਆਜ਼ਾਦ ਕੀਤੇ ਹੈਗੇ ਆ। ਮੈਂ ਇੱਥੇ ਤੁਹਾਡੇ ਨਾਲ 40 ਤੋਂ 45 ਮਿੰਟ ਤੱਕ ਗੱਲਬਾਤ ਕਰਾਂਗਾ ਔਰ ਇਹਦੇ ਵਿੱਚ ਤੁਸੀਂ ਆਪਣੇ ਨੋਟਸ ਬੁੱਕਸ ਤਿਆਰ ਕਰ ਲਓ ਔਰ ਜਿਹੜੀਆਂ ਗੱਲਾਂ ਤੁਸੀਂ ਸਮਝਣੀਆਂ ਆ ਉਹਨਾਂ ਨੂੰ ਨੋਟ ਕਰ ਲਓ। ਤੇ ਅਗਰ ਤੁਹਾਡੇ ਕੋਈ ਕੁਐਸਚਨਸ ਹੋਣਗੇ ਤਾਂ ਉਹ ਮੈਂ ਇਸ ਟਾਕ ਦੇ ਅੰਤ ਦੇ ਵਿੱਚ ਤੁਹਾਡੇ ਨਾਲ ਦੇਣ ਦੀ ਕੋਸ਼ਿਸ਼ ਕਰਾਂਗਾ। ਤੇ ਅਗਰ ਤੁਸੀਂ ਇਸ ਨਾਲ ਐਗਰੀ ਕਰਦੇ ਆ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਹਾਂ ਪੱਖੀ ਲਿਖੋ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਮੈਂ ਇਸ ਪ੍ਰੋਫੈਸ਼ਨ ਦੇ ਵਿੱਚ ਤਕਰੀਬਨ 50 ਸਾਲ ਤੋਂ ਕੰਮ ਕਰ ਰਿਹਾ ਹਾਂ ਔਰ ਮੈਂ ਇਸ ਦੌਰਾਨ ਡਾਇਬਟੀਜ਼ ਮਲਾਈਟਸ ਦੇ ਬਹੁਤ ਹਜ਼ਾਰਾਂ
ਕੇਸਿਸ ਦੇਖੇ ਆ ਔਰ ਉਦੋਂ ਇਹ ਪਹਿਲਾਂ ਪਹਿਲ ਇਸ ਦੀ ਜਿਹੜੀ ਇਨਸੀਡੈਂਸ ਸੀ ਡਾਇਬਟੀਜ਼ ਦੀ ਸਿਰਫ 1 ਜਾਂ 2% ਸੀਗੀ ਸਾਡੀ ਪਾਪੂਲੇਸ਼ਨ ਦੇ ਵਿੱਚ, ਔਰ ਉਹ ਵੀ ਜ਼ਿਆਦਾਤਰ ਜਿਹੜੇ ਸ਼ਹਿਰ ਦੇ ਵਾਸੀ ਸੀ ਉਹਨਾਂ ਵਿੱਚ ਦੇਖਣ ਨੂੰ ਮਿਲਦੀ ਸੀ। ਤੇ ਉਸ ਵੇਲੇ ਸਾਡੇ ਉੱਪਰ ਕੋਈ ਵੈਸਟਰਨ ਕਲਚਰ ਦਾ ਜਾਂ ਫਾਸਟ ਫੂਡ ਕਲਚਰ ਦਾ ਪ੍ਰਭਾਵ ਇੰਨਾ ਜ਼ਿਆਦਾ ਨਹੀਂ ਸੀ, ਔਰ ਇਸ ਕਰਕੇ ਜਿਹੜੀ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਜਿੰਨੀਆਂ ਵੀ ਹੈ ਉਹ ਸਾਨੂੰ ਦੇਖਣ ਨੂੰ ਨਹੀਂ ਸੀ ਮਿਲਦੀਆਂ, ਔਰ ਉਹਨਾਂ ਦੇ ਕਰਕੇ ਇਹ ਜੀਵਨ ਸ਼ੈਲੀ ਵਾਲੇ ਜਿਹੜੇ ਪੇਸ਼ੈਂਟ ਸੀਗੇ ਉਹ ਨਹੀਂ ਸੀ, ਡਾਇਬਟੀਜ਼ ਬਹੁਤ ਘੱਟ ਲੋਕਾਂ ਨੂੰ ਹੁੰਦੀ ਸੀਗੀ। ਪਰ ਜਿਉਂ-ਜਿਉਂ ਟਾਈਮ ਬਦਲਦਾ ਗਿਆ ਸਾਡੇ ਉੱਤੇ ਵੈਸਟਰਨ ਕਲਚਰ ਦਾ ਔਰ ਫਾਸਟ ਫੂਡ ਕਲਚਰ ਦਾ ਸਾਡੀ ਜੀਵਨ ਸ਼ੈਲੀ ਦੇ ਵਿੱਚ ਤਬਦੀਲੀਆਂ ਦਾ ਬਹੁਤ ਦੌਰ ਚੱਲਿਆ, ਔਰ ਉਹਦੇ ਕਰਕੇ ਇਹ ਜਿਹੜੀਆਂ ਲਾਈਫ ਸਟਾਈਲ ਜੀਵਨ ਸ਼ੈਲੀ ਦੀਆਂ ਜਿਹੜੀਆਂ ਬਿਮਾਰੀਆਂ ਜਿੰਨੀਆਂ ਵੀ ਹੈਗੀਆਂ ਉਹਨਾਂ ਨੇ ਬਹੁਤ ਵਧਣਾ ਸ਼ੁਰੂ ਕਰ ਦਿੱਤਾ, ਔਰ ਉਹਦੇ ਨਾਲ ਸਾਨੂੰ ਇਹਨਾਂ ਨੂੰ ਟ੍ਰੀਟ ਕਰਨ ਦਾ ਔਰ ਇਹਨਾਂ ਨੂੰ ਜਾਣਨ ਦਾ ਬਹੁਤ ਵੱਡਾ ਮੌਕਾ ਮਿਲਿਆ। ਔਰ ਇਸ ਤੋਂ ਮੈਂ ਇੱਕ ਗੱਲ ਜ਼ਰੂਰ ਸਿੱਖੀ ਆ ਕਿ ਜਿਹੜੀ ਸਾਡੀ ਮਾਡਰਨ ਸਿਸਟਮ ਆਫ ਮੈਡੀਸਨ ਹੈ, ਜਿਹਨੂੰ ਅਸੀਂ ਕਨਵੈਨਸ਼ਨਲ ਮੈਡੀਸਨ ਕਹਿੰਦੇ ਆ, ਉਹ ਮੈਡੀਸਨ ਜਿਹੜੀ ਹੈ ਉਹ ਇਹਨਾਂ ਬਿਮਾਰੀਆਂ ਨੂੰ ਹੱਲ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਰਹੀ। ਇਹ ਬਿਮਾਰੀਆਂ ਜਿਹੜੀਆਂ ਹੈ ਸਿਰਫ ਤੇ ਸਿਰਫ ਸਾਡੀ ਜੀਵਨ ਸ਼ੈਲੀ ਨੂੰ ਹੀ ਠੀਕ ਕਰਨ ਦੇ ਨਾਲ ਹੱਲ ਹੋ ਸਕਦੀਆਂ ਆ, ਔਰ ਇਹਨਾਂ ਦੇ ਇਹ ਜਿਹੜੇ ਪ੍ਰੋਗਰਾਮ ਜੀਵਨ ਸ਼ੈਲੀ ਨੂੰ ਠੀਕ ਕਰਨ ਵਾਲੇ ਹੈ ਉਹ ਇਹਨਾਂ ਨੂੰ ਠੀਕ ਕਰ ਸਕਦੇ ਹੈਗੇ ਆ, ਕਿਉਂਕਿ ਉਹ ਜੀਵਨ ਸ਼ੈਲੀ ਨੂੰ ਠੀਕ ਕਰਨ ਵਾਲੇ ਪ੍ਰੋਗਰਾਮ ਜਿੰਨੇ ਵੀ ਹੈ ਉਹ ਸਾਡੇ ਰੂਟ ਕਾਜ਼ ਨੂੰ ਠੀਕ ਕਰਦੇ ਹੈਗੇ ਕਿ ਜਿਸ ਕਾਰਨ ਕਰਕੇ ਇਹ ਬਿਮਾਰੀਆਂ ਸਾਨੂੰ ਗ੍ਰਸਦੀਆਂ ਹਨ। ਪਰ ਇਹ ਸਾਡੀਆਂ ਅਲਾਮਤਾਂ ਨੂੰ ਨਹੀਂ ਠੀਕ ਕਰਨਾ, ਸਿਰਫ ਸਾਡੀ ਰੂਟ ਕਾਜ਼ ਨੂੰ ਜਿਹੜਾ ਇਹਦਾ ਬੇਸਿਕ ਕਾਜ਼ ਹੈਗਾ ਆ ਉਹਨੂੰ ਟ੍ਰੀਟ ਕਰਨ ਦੇ ਵਿੱਚ ਕਾਮਯਾਬ ਹੁੰਦੀਆਂ ਹੈਗੀਆਂ। ਜਿਹੜੀ ਫੰਕਸ਼ਨਲ ਮੈਡੀਸਨ ਹੈ, ਹੋਲਿਸਟਿਕ ਮੈਡੀਸਨ ਹੈ ਤੇ ਨਿਊਟ੍ਰੀਸ਼ਨਲ ਮੈਡੀਸਨਸ ਹੈਗੀਆਂ ਆ, ਇਹ ਇੱਕ ਬਹੁਤ ਵਧੀਆ ਸੁਮੇਲ ਹੈ ਇਹਨਾਂ ਬਿਮਾਰੀਆਂ ਨੂੰ ਠੀਕ ਕਰਨ ਦਾ, ਔਰ ਇਹਦੇ ਨਾਲ ਸਾਡੀਆਂ ਜਿਹੜੀਆਂ ਬਿਮਾਰੀਆਂ ਆ ਬਹੁਤ ਹੱਦ ਤੱਕ ਇਹ ਠੀਕ ਹੋ ਜਾਂਦੀਆਂ ਆ। ਤੇ ਜਿਹੜੀਆਂ ਸਾਡੀਆਂ ਕਨਵੈਨਸ਼ਨਲ ਮੈਡੀਸਨ ਜਿਹੜੀਆਂ ਮਾਡਰਨ ਮੈਡੀਸਨ ਅਸੀਂ ਵਰਤਦੇ ਹੈਗੇ ਆ ਉਹ ਸਿਰਫ ਸਿੰਪਟਮ ਜਿਹੜੀਆਂ ਅਲਾਮਤਾਂ ਹੈਗੀਆਂ ਆ ਉਹ ਹੀ ਠੀਕ ਕਰਦੀਆਂ ਆ ਤੇ ਸਾਨੂੰ ਬਹੁਤ ਸਾਰੇ ਸਾਈਡ ਇਫੈਕਟਸ ਆਪਣੀਆਂ ਦਵਾਈਆਂ ਦੇ ਦਿੰਦੇ ਹੈਗੇ ਆ। ਇਸ ਗੱਲਬਾਤ ਦੇ ਵਿੱਚ ਅਸੀਂ ਜਾਣਾਂਗੇ ਕਿ ਸਾਡੀ ਜਿਹੜੀ ਡਾਇਬੈਟਿਸ ਹੈਗੀ ਆ, ਡਾਇਬੈਟਿਸ ਦਾ ਮਤਲਬ ਮੈਂ ਤੁਹਾਨੂੰ ਦੱਸ ਦਵਾਂ, ਡਾਇਬੈਟਿਸ ਹੈ ਡਾਇਬਟੀਜ਼ ਪਲੱਸ ਓਬੈਸਿਟੀ, ਕਿਉਂਕਿ ਜਿੰਨੇ ਵੀ ਡਾਇਬਟੀਜ਼ ਦੇ ਮਰੀਜ਼ ਹੁੰਦੇ ਆ ਉਹਨਾਂ ਨੂੰ ਅਕਸਰ ਓਬੈਸਿਟੀ ਹੁੰਦੀ ਆ, ਔਰ ਜਿੰਨੇ ਓਬੈਸਿਟੀ ਦੇ ਮਰੀਜ਼ ਹੁੰਦੇ ਹੈਗੇ ਆ ਉਹਨਾਂ ਨੂੰ ਅਕਸਰ ਡਾਇਬਟੀਜ਼ ਹੁੰਦੀ ਹੈਗੀ ਆ। ਸੋ ਇਸ ਕਰਕੇ ਇਹ ਕਿੰਨੀ ਕੁ ਸੀਰੀਅਸ ਤੇ ਡੇਂਜਰਸ ਖਤਰਨਾਕ ਹੈ ਇਹ ਅਸੀਂ ਇਸ ਗੱਲਬਾਤ ਦੇ ਵਿੱਚ ਜਾਣਾਂਗੇ। ਅਤੇ ਜਦੋਂ ਡਾਇਬਟੀਜ਼ ਤੇ ਓਬੈਸਿਟੀ ਦੋਨੋਂ ਇਕੱਠੀਆਂ ਹੀ ਹੋ ਕੇ ਇਹ ਸਾਡੇ ਤੇ ਹਮਲਾ ਕਰਦੀਆਂ ਹੈਗੀਆਂ ਆ ਤੇ ਕਿੰਨੀਆਂ ਜ਼ਿਆਦਾ ਸੀਰੀਅਸ ਔਰ ਡੇਂਜਰਸ ਇਹ ਬਣ ਜਾਂਦੀਆਂ ਹਨ ਤੇ ਸਾਡੀ ਬਾਡੀ ਨੂੰ ਕਿਸ ਤਰ੍ਹਾਂ ਦਾ ਇਹ ਭਿਆਨਕ ਨੁਕਸਾਨ ਪਹੁੰਚਾਉਂਦੀਆਂ ਹਨ ਉਹਦੇ ਬਾਰੇ ਗੱਲਬਾਤ ਕਰਾਂਗੇ। ਇਹ ਡਿਜ਼ੀਜ਼ ਜਿਹੜੀ ਹੈਗੀ ਆ ਡਾਇਬਟੀਜ਼ ਦੀ, ਇਹ ਇੱਕ ਐਸੀ ਡਿਜ਼ੀਜ਼ ਹੈਗੀ ਆ ਕਿ ਇਹਦੇ ਵਿੱਚ ਕੋਈ ਵੀ ਦਰਦ ਭਰੇ ਸਿੰਪਟਮ ਅਲਾਮਤਾਂ ਨਹੀਂ ਹੁੰਦੀਆਂ, ਦਰਦ ਨਹੀਂ ਹੁੰਦਾ ਕੋਈ ਵੀ, ਕਿਉਂਕਿ ਜਦੋਂ ਕੋਈ ਦਰਦ ਹੋਏਗਾ ਉਸੇ ਵੇਲੇ ਅਸੀਂ ਡਾਕਟਰਸ ਦੇ ਕੋਲ ਜਾਵਾਂਗੇ ਤੇ ਉਹਦਾ ਇਲਾਜ ਕਰਾਂਗੇ। ਅਗਰ ਕਿਸੇ ਚੀਜ਼ ਦੇ ਵਿੱਚ ਸਾਨੂੰ ਦਰਦ ਨਹੀਂ ਹੁੰਦਾ, ਕੋਈ ਤਕਲੀਫ ਨਹੀਂ ਹੁੰਦੀ ਤੇ ਅਸੀਂ ਉਹਨੂੰ ਸੀਰੀਅਸਲੀ ਨਹੀਂ ਲੈਂਦੇ। ਔਰ ਸੋ ਇਹੀ ਗੱਲ ਹੈਗੀ ਆ ਕਿ ਡਾਇਬਟੀਜ਼ ਦੇ ਵਿੱਚ ਕੋਈ ਇਦਾਂ ਦਾ ਦਰਦ ਭਰਿਆ ਅਲਾਮਤ ਨਹੀਂ ਹੁੰਦੀ ਔਰ ਪਹਿਲੀਆਂ ਸਟੇਜਸ ਦੇ ਵਿੱਚ। ਪਰ ਵੱਡੀ ਗੱਲ ਇਹ ਹੈ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਸਾਨੂੰ ਬਿਮਾਰੀ ਹੈ ਜਾਂ ਨਹੀਂ ਹੈ ਜਦੋਂ ਤੱਕ ਕਿ ਅਸੀਂ ਇਹਦਾ ਆਪਣਾ ਬਲੱਡ ਟੈਸਟ ਆਪਣੇ ਡਾਕਟਰਸ ਜਾਂ ਆਪਣੇ ਲੈਬੋਰਟਰੀ ਦੇ ਵਿੱਚੋਂ ਬਲੱਡ ਗਲੂਕੋਜ਼ ਲੈਵਲ ਜਾਂ ਆਪਣੀ ਬਲੱਡ ਦੇ ਵਿੱਚ ਇਨਸੂਲਿਨ ਦਾ ਲੈਵਲ ਚੈੱਕ ਨਹੀਂ ਕਰਵਾ ਲੈਂਦੇ। ਇਸੇ ਕਰਕੇ ਅਸੀਂ ਇਸ ਬਿਮਾਰੀ ਨੂੰ ਮਤਲਬ ਸਾਇਲੈਂਟ ਕਿਲਰ ਡਿਜ਼ੀਜ਼ ਕਹਿੰਦੇ ਆ, ਚੁੱਪ ਚੁਪੀਤੀ ਸਾਨੂੰ ਮਾਰ ਦਿੰਦੀ ਆ।
ਪਤਾ ਵੀ ਨਹੀਂ ਲੱਗਦਾ। ਸਾਇਲੈਂਟ ਕਿਲਰ ਡਿਜ਼ੀਜ਼ ਜਿਹੜੀ ਆ ਇਹ ਬਹੁਤ ਹੀ ਭਿਆਨਕ ਹੈਗੀ ਆ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਇਹਨੇ ਸਾਨੂੰ ਗਰਸ ਲਿਆ ਔਰ ਅਸੀਂ ਸੁੱਤੇ ਪਏ ਔਰ ਮਤਲਬ ਬਿਨਾਂ ਜਾਣੇ ਹੀ ਇਹਦਾ ਸ਼ਿਕਾਰ ਹੋ ਜਾਂਦੇ ਆ ਔਰ ਸਾਨੂੰ ਇਹਦੀ ਮੌਤ ਦਿਸ ਪੈਂਦੀ ਹੈਗੀ ਆ। ਤੇ ਇਸੇ ਕਰਕੇ ਇਸ ਜਿਹੜਾ ਕੋਰਸ ਮੈਂ ਤਿਆਰ ਕੀਤਾ ਹੈਗਾ ਆ ਉਹ ਤਕਰੀਬਨ 30 ਤੋਂ ਲੈ ਕੇ 50 ਸਾਲ ਦੇ ਜਿੰਨੇ ਪ੍ਰਾਣੀ ਹੈਗੇ ਆ ਉਹਨਾਂ ਲਈ ਹੈ ਔਰ ਸਪੈਸ਼ਲੀ ਲੇਡੀਜ਼ ਲਈ ਹੈਗੀਆਂ ਕਿਉਂਕਿ ਲੇਡੀਜ਼ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹੈਗੀਆਂ ਆ ਇਸ ਬਿਮਾਰੀ ਦੇ ਲਈ। ਤੇ ਹੁਣ ਤੁਸੀਂ ਪੁੱਛੋਗੇ, ਜਾਣਨਾ ਚਾਹੋਗੇ ਕਿ ਇਹ ਟਾਕ ਕਿਉਂ ਜ਼ਰੂਰੀ ਹੈਗੀ ਆ। ਮੇਰੇ ਕੋਲ ਕਾਫੀ ਪੇਸ਼ੈਂਟਸ ਆਉਂਦੇ ਰਹੇ ਆ ਜਿਹੜੇ ਕਿ ਆਪਣੀ ਬਿਮਾਰੀ ਦੇ ਔਰ ਕੰਪਲਿਕੇਸ਼ਨ ਦੇ ਬਹੁਤ ਆਖਰੀ ਸਮੇਂ ਦੇ ਵਿੱਚ ਆਉਂਦੇ ਰਹੇ ਆ ਔਰ ਉਹਨਾਂ ਨੂੰ ਮੈਂ ਬਹੁਤਾ ਹੈਲਪ ਨਹੀਂ ਕਰ ਸਕਿਆ ਕਿਉਂਕਿ ਉਹ ਬਹੁਤ ਲੇਟ ਮੇਰੇ ਕੋਲ ਪਹੁੰਚਦੇ ਰਹੇ ਆ ਔਰ ਉਸੇ ਕਰਕੇ ਮੈਂ ਸੋਚਿਆ ਕਿ ਅਗਰ ਉਹ ਮੇਰੇ ਕੋਲ ਪਹਿਲਾਂ ਆ ਜਾਂਦੇ ਤਾਂ ਮੈਂ ਉਹਨਾਂ ਦੀਆਂ ਜਿੰਨੀਆਂ ਵੀ ਕੰਪਲਿਕੇਸ਼ਨਸ ਸੀਗੀਆਂ ਬਿਮਾਰੀ ਦੀਆਂ ਉਹਨਾਂ ਨੂੰ ਠੀਕ ਕਰ ਸਕਦਾ ਸੀ, ਪਰ ਉਹ ਮੇਰੇ ਕੋਲ ਬਹੁਤ ਲੇਟ ਨਾਲ ਪਹੁੰਚੇ ਸੀ। ਤੇ ਇਸ ਤਰ੍ਹਾਂ ਹੀ ਇੱਕ ਮੇਰੇ ਜਿਸ ਤਰ੍ਹਾਂ ਮੈਂ ਸਟੋਰੀ ਤੁਹਾਨੂੰ ਦੱਸਦਾ ਹਾਂ ਕਿ ਮਹਿੰਦਰ ਕੌਰ ਦੀ ਸਟੋਰੀ ਹੈਗੀ ਆ ਕਿ ਉਹਦਾ ਵੀ ਨਾਮ ਮੈਂ ਚੇਂਜ ਕਰਕੇ ਦੱਸ ਰਿਹਾ ਹਾਂ ਕਿ ਉਹ ਬਲੱਡ ਸ਼ੂਗਰ ਦੀ ਬਿਮਾਰੀ ਸੀ, ਡਾਇਬਟੀਜ਼ ਦੀ ਬਿਮਾਰੀ ਸੀ 20 ਸਾਲ ਤੋਂ। ਉਹਨੂੰ ਉਹਦੀਆਂ ਅੱਖਾਂ ਦੀ ਲਾਈਟ ਜਿਹੜੀ ਸੀ ਉਹ ਹੌਲੀ ਹੌਲੀ ਘਟਣੀ ਸ਼ੁਰੂ ਹੋ ਗਈ। ਉਹਨੇ ਬਹੁਤ ਇੰਸਟੀਟਿਊਸ਼ਨਸ ਤੇ ਹਸਪੀਟਲ ਦੇ ਵਿੱਚ ਦਵਾਈ ਦਾਰੂ ਕੀਤਾ ਤੇ ਈਵਨ ਲੇਜ਼ਰ ਟ੍ਰੀਟਮੈਂਟ ਵੀ ਆਪਣੀ ਪਿਛਲੇ ਪਰਦੇ ਦੀ ਕਰਵਾਈ, ਪਰ ਉਹਦੀ ਆਈ ਸਾਈਟ ਜਿਹੜੀ ਸੀ, ਰੋਸ਼ਨੀ ਉਹਨੂੰ ਮਿਲ ਨਹੀਂ ਸਕੀ ਤੇ ਹੌਲੀ ਹੌਲੀ ਉਹਦੀ ਸਾਰੀ ਰੋਸ਼ਨੀ ਚਲੇ ਗਈ ਤੇ ਉਹ ਦੋਨਾਂ ਅੱਖਾਂ ਤੋਂ ਅੰਨੀ ਹੋ ਗਈ ਔਰ ਪਰਮਾਨੈਂਟਲੀ ਲਾਈਟ ਚਲੇ ਗਈ। ਇਹ ਨਹੀਂ ਸੀ ਕਿ ਉਹਨੇ ਕੋਈ ਦਵਾਈ ਨਹੀਂ ਕੀਤੀ, ਉਹਨੇ ਮਾਡਰਨ ਸਿਸਟਮ ਦੀ ਕਨਵੈਨਸ਼ਨਲ ਮੈਡੀਸਨ ਜੋ ਉਹਦੇ ਡਾਕਟਰ ਨੇ ਉਹਨੂੰ ਪ੍ਰਸਕ੍ਰਾਈਬ ਕੀਤੀ ਉਹ ਉਹਨੇ ਬਹੁਤ ਧਿਆਨਪੂਰਵਕ ਤੇ ਕੰਸਿਸਟੈਂਟਲੀ ਉਹ ਰੈਗੂਲਰਲੀ ਦਵਾਈ ਆਪਣੀ ਉਹ ਖਾਧੀ, ਪਰ ਫਿਰ ਵੀ ਉਹਨੂੰ ਉਹ ਦਵਾਈ ਜਿਹੜੀ ਆ ਉਹਦੀਆਂ ਜਿਹੜੀਆਂ ਕੰਪਲਿਕੇਸ਼ਨ ਸੀਗੀ ਅੱਖਾਂ ਦੀ ਨਿਗਾਹ ਜਾਣ ਦੀ ਉਹ ਤੋਂ ਬਚਾ ਨਹੀਂ ਸਕੀ। ਇਸ ਕਰਕੇ ਉਹ ਉਸ ਵੇਲੇ ਉਹਨੂੰ ਇਸ ਡਾਇਬੈਟਿਕ ਕਾਉਂਸਲਿੰਗ ਫਾਰਮੂਲਾ ਦਾ ਕੋਈ ਗਿਆਨ ਨਹੀਂ ਸੀ ਤੇ ਉਹ ਇਸ ਨੂੰ ਯੂਜ਼ ਨਹੀਂ ਕਰ ਸਕੀ, ਪਰ ਉਹ ਆਪਣੀ ਆਈ ਸਾਈਟ ਜਿਹੜੀ ਸੀ ਉਹ ਆਪਣੀ ਗਵਾ ਚੁੱਕੀ ਸੀ। ਇਸੇ ਤਰ੍ਹਾਂ ਇੱਕ ਹੋਰ ਸਟੋਰੀ ਹੈ ਮਿਸਿਸ ਸ਼ੀਲਾਵਤੀ ਦੀ, ਉਹ ਵੀ ਨੇਮ ਚੇਂਜ ਹੈਗਾ ਔਰ ਉਹ ਕੋਈ ਤਕਰੀਬਨ ਹਾਈ ਬਲੱਡ ਪ੍ਰੈਸ਼ਰ ਸੀ ਉਹਨੂੰ ਔਰ ਸ਼ੂਗਰ ਦੀ ਬਿਮਾਰੀ ਸੀ ਕੋਈ ਤਕਰੀਬਨ 15 ਸਾਲ ਤੋਂ। ਹੌਲੀ ਹੌਲੀ ਉਹਦਾ ਵੀ ਪਿਸ਼ਾਬ ਦੇ ਵਿੱਚ ਮਾਈਕਰੋ ਐਲਬੂਮਿਨੂਰੀਆ ਸ਼ੁਰੂ ਹੋਇਆ ਕਿਉਂਕਿ ਪਿਸ਼ਾਬ ਦੇ ਵਿੱਚ ਐਲਬੂਮਿਨ ਆਉਣੀ ਸ਼ੁਰੂ ਹੋ ਗਈ ਔਰ ਉਹਦੇ ਨਾਲ ਉਹ ਵੀ ਆਪਣੀ ਡਾਇਬਟੀਜ਼ ਨੂੰ ਕੰਟਰੋਲ ਨਹੀਂ ਕਰ ਸਕੀ ਤੇ ਆਪਣੀ ਜੀਵਨ ਸ਼ੈਲੀ ਨੂੰ ਵੀ ਚੇਂਜ ਨਹੀਂ ਕਰ ਸਕੀ ਤੇ ਉਹਦੇ ਕਰਕੇ ਉਹਦੀ ਜਿਹੜੀ ਕਿਡਨੀ ਜਿਹੜੀ ਸੀ, ਗੁਰਦਿਆਂ ਦਾ ਕੰਮਕਾਰ ਸੀ, ਉਹ ਹੌਲੀ ਹੌਲੀ ਘਟਣ ਲੱਗ ਪਿਆ ਔਰ ਅਲਟੀਮੇਟਲੀ ਉਹਦੇ ਗੁਰਦੇ ਫੇਲ ਹੋ ਗਏ। ਗੁਰਦੇ ਫੇਲ ਹੋਣ ਦੇ ਬਾਵਜੂਦ ਫਿਰ ਉਹਨੂੰ ਡਾਇਲਿਸਿਸ ਦੇ ਉੱਤੇ ਪਾਇਆ ਗਿਆ। ਡਾਇਲਿਸਿਸ ਦੇ ਉੱਤੇ ਵੀ ਰਹੀ ਉਹ ਕਾਫੀ ਦੇਰ ਔਰ ਉਹਦੀ ਹੋਰ ਇੱਕ ਆਪਸ਼ਨ ਇਹ ਸੀ ਕਿ ਹੁਣ ਉਹਦੇ ਗੁਰਦੇ ਨੂੰ ਬਦਲਿਆ ਜਾਵੇ। ਉਹ ਗੁਰਦੇ ਦੀ ਬਦਲਣ ਦੀ ਉਹਦੇ ਘਰ ਦੇ ਤਿਆਰੀ ਕਰ ਰਹੇ ਸੀ ਕਿ ਉਹ ਮੀਨਵਾਈਲ ਉਹਨੂੰ ਹਾਰਟ ਅਟੈਕ ਹੋ ਗਿਆ ਔਰ ਉਹ ਹਾਰਟ ਅਟੈਕ ਦੇ ਵਿੱਚ ਹੀ ਉਹਦੀ ਮੌਤ ਹੋ ਗਈ। ਇਸ ਤਰ੍ਹਾਂ ਦੀਆਂ ਬਹੁਤ ਸਟੋਰੀਜ਼ ਹੈਗੀਆਂ ਜਿਹੜੀਆਂ ਕਿ ਜੀਵਨ ਸ਼ੈਲੀ ਦੇ ਵਿੱਚ ਤੁਹਾਡੀਆਂ ਪੇਸ਼ੈਂਟਸ ਰਹੇ ਆ, ਪਰ ਜਿਨ੍ਹਾਂ ਨੂੰ ਕਨਵੈਨਸ਼ਨਲ ਮੈਡੀਸਨ ਦੇ ਨਾਲ ਟ੍ਰੀਟ ਕੀਤਾ ਗਿਆ, ਪਰ ਇਹ ਪੇਸ਼ੈਂਟ ਜਿਹੜੇ ਸੀ ਇਹ ਪੂਰੀ ਤਰ੍ਹਾਂ
ठीक नहीं होए, बल्कि उन्हां दीयां जिहड़ियां बीमारियां सी और कंप्लीकेशनां सी वो अगे तो अगे वधदियां गईयां। ये सब कुछ देख के मैं एक बहुत खिच्चोताण दे विच सी कि हुण की कीता जाए। फिर मैं डिसाइड किया कि मैं अपनी जिहड़ी ट्रीटमेंट है वो फंक्शनल मैडिसन ते होलिस्टिक मैडिसन ते न्यूट्रिशनल मैडिसन वल करा। ते मैं ये ट्रीटमेंट अपने आप ते भी शुरू की ते अपने पेशेंट्स ते भी शुरू की। ਉਹਦੇ ਨਾਲ ਮੈਨੂੰ बहुत ही हैरानीजनक ਤੇ बहुत ही ਵਧੀਆ रिजल्ट मिले ਤੇ मैं वो सारी ट्रीटमेंट ਜਿਹੜੀ ਸੀ ਉਹ ਆਪਣੀ ਪ੍ਰੈਕਟਿਸ ਦੇ ਵਿੱਚ ਸ਼ੁਰੂ ਕਰ ਦਿੱਤੀ। ਤੇ ਇਹ ਪ੍ਰੋਸੀਜਰ ਜਿੰਨੇ ਵੀ ਸੀ ਇਹਨਾਂ ਨੇ ਮੈਨੂੰ ਬਹੁਤ ਵਧੀਆ ਰਿਜ਼ਲਟਸ ਜਿਹੜੇ ਦਿੱਤੇ ਸੀ ਲਾਈਵ ਜੀਵਨ ਸ਼ੈਲੀ ਦੀ ਬਿਮਾਰੀਆਂ ਦੇ ਵਿੱਚ ਤੇ ਜਿਹੜੀਆਂ ਬਹੁਤ ਕ੍ਰੋਨਿਕ ਬਿਮਾਰੀਆਂ ਸੀਗੀਆਂ। ਸੋ ਆ ਸਾਰੇ ਜਿਹੜੇ ਇਹ ਪ੍ਰੋਸੀਜਰ ਹੈਗੇ ਆ ਇਹ ਮੇਰੇ ਇਸ ਡਾਇਬੈਟਿਕ ਕਾਉਂਸਲਿੰਗ ਫਾਰਮੂਲਾ ਕੋਰਸ ਦੇ ਵਿੱਚ ਸਾਰੇ ਪ੍ਰੈਜ਼ੈਂਟ ਹੈਗੇ ਆ। ਤੇ ਇਹਨਾਂ ਨਾਲ ਇਹ ਹੁਣ ਮੈਂ ਇਹ ਯੂਜ਼ ਕਰਦਾ ਹਾਂ ਤੇ ਇਹਨਾਂ ਨਾਲ ਇਹ ਸਾਰੀਆਂ ਜਿੰਨੀਆਂ ਡਿਜ਼ੀਜ਼ਸ ਜੀਵਨ ਸ਼ੈਲੀ ਦੀਆਂ ਡਿਜ਼ੀਜ਼ਸ ਹੈਗੀਆਂ ਉਹਨਾਂ ਨਾਲ ਬਹੁਤ ਈਜ਼ੀਲੀ ਟ੍ਰੀਟ ਕੀਤੀਆਂ ਜਾਂਦੀਆਂ ਹੈਗੀਆਂ। ਔਰ ਇਹ ਜਿਹੜਾ ਕੋਰਸ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਆ ਇਹ ਉਹਨਾਂ ਲਈ ਆ ਜਿਹੜੇ ਐਕਸ਼ਨ ਟੇਕਰਸ ਹੈਗੇ ਆ, ਜਿਹੜੇ ਸੀਰੀਅਸ ਹੈ ਜਿਹੜੇ ਆਪਣੇ ਬਿਮਾਰੀ ਦੇ ਲਈ ਤੇ ਜਿਹੜੇ ਆਪਣੇ ਲਾਈਫ ਸਟਾਈਲ ਜੀਵਨ ਸ਼ੈਲੀ ਨੂੰ ਬਦਲਣਾ ਚਾਹੁੰਦੇ ਆ ਤੇ ਇਹ ਦੇਖਣਾ ਚਾਹੁੰਦੇ ਆ ਕਿ ਉਹਨਾਂ ਦਾ ਜਿਹੜਾ ਭਵਿੱਖ ਹੈਗਾ ਆ ਉਹ ਬਹੁਤ ਸੁਨਹਿਰਾ ਹੋਵੇ। ਤੇ ਮੈਂ ਇੱਥੇ ਪ੍ਰੂਵ ਕਰਨਾ ਚਾਹੁੰਦਾ ਆ ਕਿ ਜੇ ਤੁਸੀਂ ਇਸ ਤਰ੍ਹਾਂ ਦੀ ਵਧੀਆ ਬਿਮਾਰੀ ਜਿਹੜੀ ਠੀਕ ਕਰਨ ਦੀ ਗੱਲ ਹੈਗੀ ਆ 3-4 ਮਹੀਨਿਆਂ ਦੇ ਵਿੱਚ ਦੇਖ ਸਕੋ ਤੇ ਕੀ ਤੁਸੀਂ ਇਸ ਪੋਜੀਸ਼ਨ ਦੇ ਵਿੱਚ ਹੈਗੇ ਆ ਕਿ ਤੁਸੀਂ ਇੱਕ ਵਧੀਆ ਡਿਸੀਜਨ ਲੈ ਸਕੋ ਕਿ ਅਗਰ ਤੁਹਾਨੂੰ ਕੋਈ ਤਕਰੀਬਨ 9999 ਤੇ ਪਲੱਸ GST ਦਾ ਖਰਚ ਕਰਨਾ ਪਵੇ ਤਾਂ ਤੁਸੀਂ ਇਸ ਵੈਬੀਨਾਰ ਦੇ ਐਂਡ ਦੇ ਵਿੱਚ ਇਸ ਤਰ੍ਹਾਂ ਦੇ ਖਰਚ ਕਰ ਸਕੋ। ਜੇ ਤੁਸੀਂ ਚਾਹੁੰਦੇ ਹੋ ਯੈਸ ਤਾਂ ਆਪਣਾ ਕਮੈਂਟ ਬਾਕਸ ਦੇ ਵਿੱਚ ਦਰਜ ਕਰੋ। ਹੁਣ ਮੈਂ ਤੁਹਾਨੂੰ ਆਪਣੇ ਇਸ ਸਿਸਟਮ ਬਾਰੇ ਤੁਹਾਨੂੰ ਦੱਸਦਾ। ਡਾਇਬੈਟਿਕ ਕਾਉਂਸਲਿੰਗ ਹੱਬ ਹੈ ਜਿਹੜੀ ਕਿ ਡਾਇਬੈਟਿਕ ਕਾਉਂਸਲਿੰਗ ਫਾਰਮੂਲਾ ਕੋਰਸਿਸ ਤਿਆਰ ਕੀਤੇ ਹਨ। ਜ਼ਿੰਦਗੀ ਖਤਮ ਨਹੀਂ ਹੁੰਦੀ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੋ ਗਈ ਹੈ ਤਾਂ ਜੋ ਤੁਹਾਡੇ ਕੋਲ ਹੈ ਉਸ ਦਾ ਪੂਰਾ ਉਪਯੋਗ ਕਰੋ, ਹਮੇਸ਼ਾ ਪਰਮਾਤਮਾ ਦਾ ਸ਼ੁਕਰ ਕਰੋ। ਇਹ ਇੱਕ ਲਾਈਨ ਹੈ ਜਿਹੜੀ ਕਿ ਤੁਹਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ। ਇਹ ਜੋ ਕਾਉਂਸਲਿੰਗ ਕੋਰਸ ਹੈ ਉਹਦਾ ਕਨਸੈਪਟ ਕੀ ਹੈ? ਕਨਸੈਪਟ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਇਹ ਫੰਕਸ਼ਨਲ ਮੈਡੀਸਨ ਹੈ ਜਿਹੜੀ ਕਿ ਇਹਦਾ ਰੂਟ ਕਾਜ਼ ਜੋ ਬਿਮਾਰੀ ਦਾ ਹੈ ਉਹਦਾ ਇਲਾਜ ਕਰਦਾ ਹੈਗਾ। ਔਰ ਮਾਡਰਨ ਮੈਡੀਸਨ ਜਿਹੜੀ ਹੈ ਉਹ ਸਿਰਫ ਅਲਾਮਤਾਂ ਨੂੰ ਹੀ ਕਵਰ ਕਰਦੀ ਹੈਗੀ ਹੈ ਤੇ ਸਾਈਡ ਇਫੈਕਟਸ ਦੇ ਦਿੰਦੀ ਹੈਗੀ ਹੈ। ਹੋਲਿਸਟਿਕ ਮੈਡੀਸਨ ਜਿਹੜੀ ਹੈ ਉਹ ਅਧਿਆਤਮਕ ਤੇ ਬੁੱਧੀਜੀਵੀ ਵਾਲੀ ਹੈਗੀ ਆ ਤੇ ਭੌਤਿਕ ਜੀਵ ਵਾਲੀ ਹੈਗੀ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਾਨੂੰ ਇਹਦੇ ਵਿੱਚ ਮਿਲਦੀਆਂ ਹੈਗੀਆਂ। ਜਿਹੜੀ ਨਿਊਟ੍ਰੀਸ਼ਨਲ ਮੈਡੀਸਨ ਹੈ ਉਹ ਉਹਦੇ ਵਿੱਚ ਅਸੀਂ ਜਾਣਦੇ ਹਾਂ ਕਿ ਸਾਡੇ ਜ਼ਿੰਦਗੀ ਦੇ ਲਈ ਡੇਲੀ 90 ਨਿਊਟ੍ਰੀਐਂਟਸ ਐਸੇ ਹੈਗੇ ਆ ਜਿਹੜੇ ਕਿ ਸਾਨੂੰ ਮਿਲਣੇ ਚਾਹੀਦੇ ਆ, ਪਰ ਸਾਡੀ ਬੋਡੀ ਜਿਹੜੀ ਸਾਡੀ ਖੁਰਾਕ ਹੈਗੀ ਆ ਉਹਦੇ ਵਿੱਚ ਸਿਰਫ ਸਾਨੂੰ 20 ਤੋਂ ਜ਼ਿਆਦਾ ਤਕਰੀਬਨ ਨਿਊਟ੍ਰੀਐਂਟਸ ਨਹੀਂ ਮਿਲਦੇ ਹਰ ਰੋਜ਼ ਜਿਹੜੀ ਅਸੀਂ ਖਾਂਦੇ ਹਾਂ। ਤੋ ਇਸ ਲਈ ਬਹੁਤ ਵੱਡਾ ਗੈਪ ਹੈ ਜਿਹੜੀ ਕਿ ਚੀਜ਼ ਸਾਡੀ ਜ਼ਰੂਰਤ ਹੈ ਔਰ ਸਾਨੂੰ ਮਿਲਦੀ ਹੈਗੀ ਆ।
ਉਸ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਅਸੀਂ ਨਿਊਟ੍ਰੀਸ਼ਨਲ ਮੈਡੀਸਨ ਦੀ ਹੈਲਪ ਲੈਂਦੇ ਹੈਗੇ ਆ। ਸਾਡੀ ਜਿਹੜੀ ਸਿਹਤ ਹੈ ਉਹਦਾ ਦਵਾ ਦਾਰੂ ਭਵਿੱਖ ਦੀ ਮੈਡੀਸਨ ਹੈ। ਸਾਡੀ ਆਪਣੀ ਬਾਇਓਲੋਜੀ ਨੂੰ, ਅਸੀਂ ਸਾਡੀ ਆਪਣੀ ਬਾਡੀ ਦੇ ਸਿਸਟਮਸ ਨੂੰ ਸਾਨੂੰ ਸਮਝਣਾ ਚਾਹੀਦਾ ਹੈਗਾ ਆ, ਤੇ ਸਾਡੀ ਆਪਣੀ ਸਰੀਰ ਦੀ ਬਣਤਰ ਜਿਹੜੀ ਹੈਗੀ ਆ ਉਹਨੂੰ ਸਮਝਣਾ ਚਾਹੀਦਾ ਹੈ। ਇਹਦੀ ਬਾਇਓਲੋਜੀ ਜਿਹੜੀ ਹੈ ਹੋਮਿਓਸਟੇਸਿਸ ਹੈ ਉਹਨੂੰ ਸਮਝਣਾ ਹੈਗਾ ਆ। ਤੇ ਇਹ ਸਾਰੇ ਸਮਝਾਉਣ ਦੇ ਲਈ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈਗਾ ਆ। ਔਰ ਇਹ ਕੋਰਸਿਸ ਜਿਹੜੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਆ ਕਿ 30 ਤੋਂ 50 ਸਾਲ ਦੇ ਯੰਗ ਲੇਡੀਜ਼ ਦੇ ਲਈ ਬਹੁਤ ਹੀ ਫਾਇਦੇਮੰਦ ਹੈ, ਔਰ ਉਹਨਾਂ ਨੂੰ ਇਹ ਬਿਮਾਰੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਅਸਰ ਕਰਦੀ ਹੈਗੀ ਆ। ਡਾਇਬਟੀਜ਼ ਦੇ ਮਰੀਜ਼ ਕੌਣ ਹੋ ਸਕਦੇ ਹੈਗੇ ਆ, ਇਹ ਦੇਖਣਾ ਚਾਹਿਆ ਕਿ ਜਿਨ੍ਹਾਂ ਦੀ ਬੋਡੀ ਮਾਸ ਇੰਡੈਕਸ ਇੱਕ ਮੇਜਰਮੈਂਟਸ ਹੈਗੀ ਆ, ਜਿਹੜੇ ਤਕਰੀਬਨ 25 ਤੋਂ ਉੱਪਰ ਹੈਗੇ ਆ ਉਹਨਾਂ ਨੂੰ ਅਸੀਂ ਓਵਰਵੇਟ ਕਹਿੰਦੇ ਆ। ਜਿਹੜੇ 30 ਤੋਂ ਉੱਪਰ ਹੈਗੇ ਆ ਉਹਨਾਂ ਨੂੰ ਅਸੀਂ ਓਬੈਸਿਟੀ ਕਹਿੰਦੇ, ਓਬੈਸਿਟੀ ਦਾ ਦਰਜਾ ਦੇ ਦਿੰਦੇ ਹੈਗੇ ਆ। ਤੇ ਜਿਨ੍ਹਾਂ ਦਾ BMI ਬੋਡੀ ਮਾਸ ਇੰਡੈਕਸ 25 ਤੋਂ 35 ਕਿਲੋਗ੍ਰਾਮ ਪਰ ਮੀਟਰ ਸਕੁਅਰ ਹੈ, ਉਹਨਾਂ ਦਾ ਜਿਹੜਾ ਵੇਸਟ ਸਰਕਮਫਰੈਂਸ ਹੈਗਾ ਆ ਉਹ ਸਾਨੂੰ ਹਮੇਸ਼ਾ ਮਾਪ ਲੈਣਾ ਚਾਹੀਦਾ ਆ, ਕਿਉਂਕਿ ਉਹਨਾਂ ਦੇ ਵਿੱਚ ਡਾਇਬਟੀਜ਼ ਦੀ ਜਿਹੜੀ ਮਕਦਾਰ ਹੈਗੀ ਆ ਉਹ ਬਹੁਤ ਜ਼ਿਆਦਾ ਹੁੰਦੀ ਹੈਗੀ ਆ। ਜੇ ਤੁਹਾਡਾ ਵੇਸਟ ਸਰਕਮਫਰੈਂਸ, ਜੇ ਧੁੰਨੀ ਤੋਂ ਤੁਹਾਡਾ ਮੇਜਰਮੈਂਟ ਲਈਏ ਤੇ ਉਹ ਜ਼ਿਆਦਾ ਹੈਗਾ ਆ, ਤੇ ਤੁਹਾਡਾ ਜਿਹੜਾ ਖਤਰਾ ਵੀ ਇਸ ਤਰ੍ਹਾਂ ਦੀ ਬਿਮਾਰੀ ਦਾ ਹੈਗਾ ਡਾਇਬਟੀਜ਼ ਦਾ, ਉਹ ਬਹੁਤ ਵੱਧ ਜਾਂਦਾ ਹੈਗਾ। ਵੇਸਟ ਸਰਕਮਫਰੈਂਸ ਜਿਹੜਾ ਹੈ 35 ਔਰ 35 ਤੋਂ ਜ਼ਿਆਦਾ ਇੰਚਜ਼ ਲੇਡੀਜ਼ ਦੇ ਵਿੱਚ, ਤੇ 40 ਇੰਚ ਜਾਂ 40 ਇੰਚ ਤੋਂ ਜ਼ਿਆਦਾ ਮੇਲਸ ਦੇ ਵਿੱਚ ਇਹ ਡਾਇਬਟੀਜ਼ ਹੁੰਦੀ ਹੈਗੀ ਹੈ। ਤੇ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਬੋਡੀ ਫੈਟ ਹੈਗੀ ਆ ਉਹ ਸਪੈਸ਼ਲੀ ਜਿਹੜੀ ਹੈ ਆਰਗਨਸ ਦੇ ਆਲੇ ਦੁਆਲੇ ਹੁੰਦੀ ਆ, ਜਿਹਨੂੰ ਅਸੀਂ ਵਿਸਰਲ ਫੈਟ ਕਹਿੰਦੇ ਹੈਗੇ। ਓਬੈਸਿਟੀ ਤੇ ਡਾਇਬਟੀਜ਼ ਮਲਾਈਟਸ ਦਾ ਕੀ ਕਨੈਕਸ਼ਨ ਹੈਗਾ ਆ? ਜੇ ਤੁਹਾਡਾ ਭਾਰ ਜ਼ਿਆਦਾ ਹੈ, ਉਹ ਵੱਡਾ ਟਾਈਪ 2 ਡਾਇਬਟੀਜ਼ ਮਲਾਈਟਸ ਲਈ ਬਹੁਤ ਵੱਡਾ ਖਤਰਾ ਹੈਗਾ ਆ। 30% ਜ਼ਿਆਦਾ ਭਾਰ ਵਾਲੇ ਲੋਕਾਂ ਨੂੰ ਇਹ ਬਿਮਾਰੀ ਹੁੰਦੀ ਹੈਗੀ ਆ, ਤੇ 85% ਸ਼ੂਗਰ ਵਾਲੇ ਮਰੀਜ਼ਾਂ ਦਾ ਭਾਰ ਜਿਹੜਾ ਆ ਉਹ ਜ਼ਿਆਦਾ ਹੁੰਦਾ ਹੈਗਾ ਆ। ਜੇ ਜ਼ਿਆਦਾ ਭਾਰ ਹੈ ਤਾਂ ਤੁਹਾਡੇ ਜਿਹੜੇ ਮਸਲਸ ਤੇ ਟਿਸ਼ੂਜ਼ ਹੈਗੇ ਆ, ਟਿਸ਼ੂ ਸੈਲਸ ਹੈਗੇ ਆ, ਤੁਹਾਡੀ ਆਪਣੀ ਇਨਸੂਲਿਨ ਨੂੰ ਰੈਜ਼ਿਸਟੈਂਟ ਹੋ ਜਾਂਦੇ ਹੈਗੇ ਆ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਦੁਨੀਆ ਦੀ ਕਿਹੜੀ ਐਸੀ ਬਿਮਾਰੀ ਹੈਗੀ ਆ ਜਿਹੜੀ COVID-19 ਨਾਲੋਂ ਵੀ ਤੇਜ਼ੀ ਨਾਲ ਫੈਲ ਰਹੀ ਆ। ਤੁਸੀਂ ਹੁਣ 2019 ਦੇ ਵਿੱਚ, ਦਸੰਬਰ ਦੇ ਵਿੱਚ, ਤੇ 2020 ਦੇ ਵਿੱਚ, ਤੇ 21 ਦੇ ਵਿੱਚ ਦੇਖਿਆ ਕਿ ਕੋਵਿਡ ਦੀ ਬਿਮਾਰੀ ਕਿਸ ਤਰ੍ਹਾਂ ਸਾਰੀ ਦੁਨੀਆ ਦੇ ਵਿੱਚ ਇੱਕ ਪੈਂਡੈਮਿਕ ਬਣ ਗਈ ਆ। ਉਹਦੇ ਨਾਲੋਂ ਜ਼ਿਆਦਾ ਫੈਲਣ ਵਾਲੀ ਬਿਮਾਰੀ ਕਿਹੜੀ ਹੈਗੀ ਆ, ਇਹ ਤੁਹਾਨੂੰ ਪਤਾ ਹੈ? ਤੁਹਾਡੀ ਓਬੈਸਿਟੀ ਦਾ ਰੋਗ ਜਿਹੜਾ ਹੈ ਉਹਦੇ ਨਾਲੋਂ ਵੀ, COVID-19 ਨਾਲੋਂ ਵੀ ਜ਼ਿਆਦਾ ਭਿਆਨਕ ਤੌਰ ਦੇ ਉੱਤੇ ਫੈਲ ਰਿਹਾ ਹੈ। 650 ਮਿਲੀਅਨ ਤੋਂ ਜ਼ਿਆਦਾ ਜਿਹੜੇ ਤਕਰੀਬਨ 65 ਕਰੋੜ ਲੋਕ ਦੁਨੀਆ ਦੇ ਵਿੱਚ ਓਬੀਜ਼ ਆ, ਜਿਨ੍ਹਾਂ ਦੀ weight ਜਿਹੜਾ ਹੈਗਾ ਆ ਉਹ BMI 30 ਤੋਂ ਜ਼ਿਆਦਾ ਹੈਗਾ ਆ। ਤੇ ਇਹਦੇ ਵਿੱਚੋਂ 13.5 ਕਰੋੜ ਲੋਕ ਜਿਹੜੇ ਹੈਗੇ ਆ ਉਹ ਸਿਰਫ ਭਾਰਤ ਦੇ ਵਿੱਚ ਹੈਗੇ ਆ। ਇਹ ਤੁਹਾਨੂੰ ਸੁਣ ਕੇ ਹੈਰਾਨੀ ਨਹੀਂ ਹੁੰਦੀ? ਉਹ ਭਾਰਾਪਨ ਹੋਣ ਦੇ, ਜ਼ਿਆਦਾ weight ਹੋਣ ਦੇ ਕਾਰਨ ਕੀ ਹੈਗੇ ਆ? ਸਭ 9 ਇਸ ਤਰ੍ਹਾਂ ਦੇ ਕਾਰਨ ਲੱਭੇ ਹਨ। ਸਭ ਤੋਂ ਵੱਡਾ ਕਾਰਨ ਸਾਡਾ ਅਕਿਰਿਆਸ਼ੀਲਤਾ ਹੋਣਾ, ਜਿਹਨੂੰ ਅਸੀਂ ਸੈਡੈਂਟਰੀ ਲਾਈਫ ਸਟਾਈਲ ਕਹਿੰਦੇ ਆ। ਬੈਠੇ ਰਹਿਣਾ, ਮੂਵ ਨਹੀਂ ਕਰਨਾ। ਜਾਂ ਤਾਂ ਬੈਠੇ ਰਹਿੰਦੇ ਆ ਜਾਂ ਫਿਰ ਅਸੀਂ ਲੰਮੇ ਪੈ ਰਹਿੰਦੇ ਆ। ਅਸੀਂ ਆਪਣੀ ਬਾਡੀ ਨੂੰ ਹਿਲਾਉਂਦੇ ਨਹੀਂ ਬਹੁਤੀ ਦੇਰ। ਉਹ ਇੱਕ ਵੱਡਾ ਕਾਰਨ ਹੈਗਾ ਆ।
फिर ज्यादा कैलोरीज का यूज करना, असी अपनी रिक्वायरमेंट तो ज्यादा खाना खाने हैगे आ, वो भी जिहड़ा खाना हैगा वो साडे पेट नाल फैट बन के लग जाता हैगा। फिर कई जैनेटिक्स हुंदा है जिन्हां दे माँ बाप नूं मोटापा है, उन्हां दे विच भी मोटापे दे जीन्स आ जाते हैगे आ। फिर असी सधारण जिहड़े कार्बोहाइड्रेट्स हैगे आ, जिद्दां कि ग्लूकोज है, सुक्रोज है, लैक्टोज है, फ्रक्टोज है, इहदा ज्यादा सेवन करते हैगे आ, वो भी सानू मोटापे ਵੱਲ ਲੈ ਜਾਂਦਾ ਹੈਗਾ ਆ। फिर साडे असी खाना जिहड़ा हैगा आ ਉਹ कई वार खाने हैगे आ, दिन दे विच बहुत ही वार खाना खाने हैगे आ, वो भी एक कारण है। स्नैक्स भी ले लेने आ, खाना भी ले लेने आ, कुछ ना कुछ खाते रहने आ, वो एक कारण मोटापे का बनता है। फिर कई दवाइयां ऐसियां हैगियां आ जिहड़ियां कि सानू मोटापे का कारण बनदियां है। फिर कई साइकोलॉजिकल मनोविग्यानक कारण हैगे आ, उन्हां करके भी सानू मोटापा आ सकता हैगा। फिर कई बीमारियां हैगियां आ, जिद्दां हाइपोथायराइडिज्म हैगी आ, इंसुलिन रेजिस्टेंस हैगी आ, पॉलीसिस्टिक ओवेरियन सिंड्रोम हैगा आ, कशिंग सिंड्रोम हैगा आ, इस तरह दी कुछ एक बीमारियां है जिन्हां दे विच सानू मोटापा आ जांदा हैगा आ। ते फिर एक मैटाबॉलिक सिंड्रोम है इहदे विच, वो की है, उहनूं असीं पाचक सिंड्रोम कहने हैगे आ। जे तुहाडी वेस्ट लाइन जिहड़ी हैगी आ, वेस्ट तो असीं मेजर करिए, जे 40 इंच जां 40 इंच तो ज्यादा हैगी आ आदमियों दे विच, 35 इंच तो 35 इंच तो ज्यादा जनानियां दे विच, ये एक सिम्पटम हो सकता हैगा आ। ते तुहाडा जे ब्लड प्रेशर हैगा 130/80 तो ज्यादा, ये एक कारण हो सकता हैगा आ। फिर तुहाडी फास्टिंग ब्लड ग्लूकोज जिहड़ा हैगा आ वो 100 मिलीग्राम तो भी ज्यादा हो जाता पर डेसीलीटर। ये तुहाडा फास्टिंग ट्राईग्लिसराइड जिहड़े हैगे आ वो 150 मिलीग्राम पर डेसीलीटर तो ज्यादा हो सकते हैं। फिर तुहाडी जिहड़ी HDL है, हाई डेंसिटी लिपोप्रोटीन कोलेस्ट्रोल, जिन्हों असी गुड कोलेस्ट्रोल कहने हैगे आ, वो 40 मिलीग्राम तो घट अगर तुसी आदमी हो, ते 50 मिलीग्राम तो घट अगर तुसी जनानी हो, तो फिर एक कारण हो सकता। फिर तुहाडे स्किन टैग्स जिहड़ियां हैगियां आ वो बॉडी दे उत्ते हो जांदियां मैटाबॉलिक सिंड्रोम दे विच, ते कई बारी पैचिस तुहाडे बॉडी दे उत्ते खास करके तुहाडे गर्दन दे पिछे हो जांदे आ, कच्छां दे विच हो जांदे आ, काले काले वेलवेटी स्किन हो जांदी आ, जिहनूं असीं अकैंथोसिस नाइग्राकांस कहने आ, वो देखण नूं मिलदे आ इन्हां पेशेंट्स दे विच जिहड़े कि मैटाबॉलिक सिंड्रोम दे हो जाते हैं। इनू असी प्री डायबिटीज कंडीशन भी कहने हैगे आ। फिर असी देखते हैं कि ओबेसिटी दीयां कॉम्प्लीकेशंस किहड़ियां हैगियां, इहदियां पेचीदगियां की हो जांदियां हैगियां। ओबेसिटी जिहड़ी है एक बहुत ही खतरनाक मैडिकल हालात है, ये एक कई तरह दीयां पेचीदगियां कर सकती हैगी है। और ਇਹਦੇ ਵਿੱਚ ਇੱਕ ਤਾਂ ਮੈਟਾਬੋਲਿਕ ਸਿੰਡਰੋਮ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਉਹ ਹੋ ਜਾਂਦਾ ਹੈਗਾ ਆ, ਔਰ ਫਿਰ ਜਿਹੜਾ ਤੁਹਾਡਾ ਬਲੱਡ ਪ੍ਰੈਸ਼ਰ ਹੈਗਾ ਆ ਉਹ ਵੱਧ ਜਾਂਦਾ ਹੈਗਾ ਆ। ਫਿਰ ਤੁਹਾਡੀਆਂ ਨਾੜਾਂ ਜਿਹੜੀਆਂ ਹੈਗੀਆਂ ਆ ਉਹਨਾਂ ਦਾ ਸਖਤ ਹੋਣਾ ਹੋ ਜਾਂਦਾ, ਜਿਸ ਤਰ੍ਹਾਂ ਥੀਰੋਸਕਲੇਰੋਸਿਸ ਹੋ ਜਾਂਦਾ ਆ। ਫਿਰ ਤੁਹਾਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈਗੀ ਆ, ਤੇ ਸ਼ੂਗਰ ਦੀ ਬਿਮਾਰੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੋ ਸਕਦੀ ਹੈਗੀ ਆ। ਖੂਨ ਵਿੱਚ ਜਿਹੜੀ ਕੋਲੇਸਟ੍ਰੋਲ ਦੀ ਮਾਤਰਾ ਆ ਉਹ ਵੱਧ ਜਾਂਦੀ ਹੈਗੀ ਆ। ਫਿਰ ਕਈ ਤਰ੍ਹਾਂ ਦੇ ਕੈਂਸਰ ਹੋ ਸਕਦੇ ਹੈਗੇ ਆ। फिर नींद दियां कई अलामत हो जांदियां हैगियां। ओबेसिटी जिहड़ी आ ये बहुत ही खतरनाक बीमारी है, क्योंकि इस नाल कई तरह दियां दिमागी परेशानियां जिहड़ियां हैगियां आ वो हो जांदियां आ, ते कई बारी जिहड़ियां जीवन शैली दियां क्वालिटी हैगी आ वो भी घट जांदी हैगी आ, ते दुनिया विच लीडिंग काज दा डेथ हैगा आ, ਇਹਦੇ ਨਾਲ ਵੀ ਇਹ जुड़ी हुई हैगी ओबेसिटी। ਤੇ ਜਿਹੜੇ ਮਰੀਜ਼ ਮੈਟਾਬੋਲਿਕ ਸਿੰਡਰੋਮ ਜਾਂ ਪਾਚਕ ਸਿੰਡਰੋਮ ਦੇ ਨਾਲ ਹੈਗੇ ਆ, ਜਿਹਨੂੰ ਅਸੀਂ ਡਾਇਬੈਟਿਸ ਵਿਦਆਊਟ ਡਾਇਬਟੀਜ਼ ਕਹਿੰਦੇ ਆ, ਕਿਉਂਕਿ ਇਹ ਪ੍ਰੀ ਡਾਇਬਟੀਜ਼ ਕੰਡੀਸ਼ਨ ਹੈਗੀ ਆ, ਔਰ ਇਹਨੂੰ ਅਸੀਂ ਡਾਇਬੈਟਿਕ ਹਾਲੇ ਹੋਇਆ ਨਹੀਂ ਹੈ, ਪਰ ਪ੍ਰੀ ਡਾਇਬੈਟਿਕ ਹੈਗੀ ਆ ਮੈਟਾਬੋਲਿਕ ਸਿੰਡਰੋਮ ਜਿਹੜਾ ਹੈ ਉਹਦੇ ਹੁੰਦੇ ਆ, ਤੇ ਉਹ ਸਾਨੂੰ ਤਕਰੀਬਨ
ਉਹਦੇ ਰਿਸਕ ਫੈਕਟਰਸ ਵੀ 4 ਗੁਣਾ ਜ਼ਿਆਦਾ ਹੈਗੇ ਆ ਕਾਰਡੀਓਵੈਸਕੂਲਰ ਡਿਜ਼ੀਜ਼ ਦੀ ਡੈਥ ਦੇ ਨਾਲ, ਡੈਥ ਦੇ ਕਾਰਨ ਨਾਰਮਲ ਪਰਸਨ ਨਾਲ। ਸੋ ਇਸ ਕਰਕੇ ਇਹਨੂੰ ਵੀ ਬਹੁਤ ਅਸੀਂ ਖਿਆਲ ਨਾਲ ਟ੍ਰੀਟ ਕਰਨਾ ਹੈਗਾ ਆ। ਤੇ 2.8 ਮਿਲੀਅਨ ਲੋਕ ਜਿਹੜੇ ਹੈ ਓਬੈਸਿਟੀ ਦੇ ਹਰ ਸਾਲ ਮਰਦੇ ਹੈਗੇ ਆ। ਬਹੁਤ ਜ਼ਿਆਦਾ ਓਬੈਸਿਟੀ ਜਿਹੜੀ ਹੈਗੀ ਆ ਘਾਤਕ ਬਿਮਾਰੀ ਹੈਗੀ ਆ। ਤੇ ਭਾਰ ਘਟਾਉਣ ਦਾ ਮਹੱਤਵ ਕੀ ਹੈਗਾ? ਭਾਰ ਘਟਾਉਣ ਦਾ ਮਹੱਤਵ ਜਿਹੜਾ ਹੈਗਾ ਆ ਉਹ ਬਹੁਤ ਇੰਪੋਰਟੈਂਟ ਹੈਗਾ ਆ। ਜੇ ਅਸੀਂ 10% ਆਪਣਾ weight ਘਟਾ ਲਈਏ, 10% ਦਾ ਮਤਲਬ ਕੀ ਹੈ ਕਿ ਜੇ ਸਾਡਾ weight 100 ਕਿਲੋ ਆ ਤੇ ਅਸੀਂ 90 ਕਿਲੋ ਲੈ ਆਂਦਾ ਹੈਗਾ ਆ, ਤੇ ਉਹਦੇ ਨਾਲ ਕੀ ਸਾਨੂੰ ਫਾਇਦੇ ਹੋਣਗੇ? 30 ਤੋਂ 40% ਲੋਕਾਂ ਦੀ ਜਿਹੜੀ ਡਾਇਬਟੀਜ਼ ਮਲਾਈਟਿਸ ਰਿਲੇਟਡ ਡੈਥਸ ਹੈਗੀਆਂ ਆ ਉਹ ਘਟ ਜਾਂਦੀਆਂ ਆ। ਵੈਰੀ ਇੰਪੋਰਟੈਂਟ। ਇਹ 15% ਸਾਡੀ ਜਿਹੜੀ HbA1c ਦੀ ਮਾਤਰਾ ਹੈਗੀ ਆ ਉਹ ਘਟ ਜਾਂਦੀ ਹੈਗੀ ਆ। ਤੇ 30 ਤੋਂ 50% ਸਾਡਾ ਜਿਹੜਾ ਫਾਸਟਿੰਗ ਗਲੂਕੋਜ਼ ਹੈਗਾ ਆ ਉਹ ਘਟ ਜਾਂਦਾ ਹੈਗਾ। ਤੇ 10% ਸਾਡੀ ਟੋਟਲ ਕੋਲੇਸਟ੍ਰੋਲ ਜਿਹੜੀ ਹੈਗੀ ਆ ਉਹ ਘਟ ਜਾਂਦੀ ਹੈ। ਇਹ ਸਿਰਫ ਫਾਇਦਾ 10% weight ਘਟਾਉਣ ਨਾਲ ਹੈ। ਤੇ ਇਹ ਜਿਹੜਾ ਬਿਨਾਂ ਸ਼ੱਕ ਜਿਹੜਾ ਭਾਰ ਘਟਾਉਣਾ ਆ ਉਹ ਇੱਕ ਗੋਲ ਸਟੈਂਡਰਡ ਹੈਗਾ ਡਾਇਬਟੀਜ਼ ਮਲਾਈਟਿਸ ਦੇ ਨਤੀਜਿਆਂ ਦੇ ਲਈ। ਸੋ ਇਹ ਬਹੁਤ ਭਾਰ ਘਟਾਉਣਾ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋਵੇ। ਤੇ ਇਹਦੀ ਟਾਈਪ 2 ਡਾਇਬਟੀਜ਼ ਦੀ ਜਿਹੜੀ ਪ੍ਰੈਵਲੈਂਸ ਹੈਗੀ ਐਡਵੈਂਟਿਸਟ ਸਟੱਡੀ ਦੇ ਵਿੱਚ ਕੀ ਦੇਖਣ ਨੂੰ ਮਿਲਿਆ ਕਿ ਜਿਹੜੇ ਨਾਨ ਵੈਜੀਟੇਰੀਅਨ ਪਾਪੂਲੇਸ਼ਨ ਸੀ ਉਹਨਾਂ ਦੇ ਵਿੱਚ ਤਕਰੀਬਨ 7.6% ਲੋਕ ਜਿਹੜੇ ਸੀ ਉਹ ਡਾਇਬੈਟਿਕ ਸੀ। ਸੈਮੀ ਵੈਜੀਟੇਰੀਅਨ ਜਿਹੜੇ ਸੀਗੇ ਉਹਨਾਂ ਦੇ ਵਿੱਚ 6.1% ਜਿਹੜੇ ਲੋਕ ਸੀ ਉਹ ਡਾਇਬੈਟਿਕ ਸੀ। ਪੈਸਕੋ ਵੈਜੀਟੇਰੀਅਨ ਸੀ ਜਿਹੜੇ ਮੱਛੀ ਖਾਂਦੇ ਸੀ ਸਿਰਫ, ਉਹਨਾਂ ਦੀ ਪਾਪੂਲੇਸ਼ਨ ਦੇ ਵਿੱਚ 4.8% ਲੋਕ ਜਿਹੜੇ ਸੀ ਉਹ ਡਾਇਬੈਟਿਕ ਸੀ। ਲੈਕਟੋ ਓਵੋ ਵੈਜੀਟੇਰੀਅਨ ਜਿਹੜੇ ਦੁੱਧ ਵੀ ਪੀਂਦੇ ਸੀ ਔਰ ਅੰਡੇ ਵੀ ਖਾਂਦੇ ਸੀ, ਉਹਨਾਂ ਦੀ ਮਾਤਰਾ ਉਹਨਾਂ ਦੀ ਪਾਪੂਲੇਸ਼ਨ ਦੇ ਵਿੱਚ 3.2% ਡਾਇਬੈਟਿਕ ਸੀ। ਤੇ ਜਿਹੜੇ ਵੀਗਨ ਡਾਈਟ ਸੀ, ਜਿਹੜੇ ਕਿ ਕੋਈ ਵੀ ਐਨੀਮਲ ਫੂਡ ਨਹੀਂ ਸੀ ਲੈਂਦੇ, ਸਿਰਫ ਵੈਜੀਟੇਰੀਅਨ ਫੂਡ ਹੀ ਲੈਂਦੇ ਸੀ, ਉਹਨਾਂ ਦੇ ਪਾਪੂਲੇਸ਼ਨ ਦੇ ਵਿੱਚ ਡਾਇਬੈਟਿਕਸ ਦੀ ਮਾਤਰਾ ਜਿਹੜੀ ਸੀ ਉਹ ਸਿਰਫ 2.9% ਸੀ, ਸਭ ਤੋਂ ਘੱਟ। ਸੋ ਇਸ ਲਈ ਜਿੰਨੇ ਵੀਗਨ ਵਾਲੇ ਪਾਪੂਲੇਸ਼ਨ ਸੀ ਉਹ ਸਭ ਤੋਂ ਮਤਲਬ ਦਰਸਾਉਂਦੀ ਆ ਕਿ ਵੀਗਨ ਡਾਈਟ ਜਿਹੜੀ ਹੈਗੀ ਆ ਉਹ ਬਹੁਤ ਮਹੱਤਵਪੂਰਨ ਹੈ ਡਾਇਬਟੀਜ਼ ਨੂੰ ਕੰਟਰੋਲ ਕਰਨ ਦੇ ਵਿੱਚ ਔਰ ਪ੍ਰੀਵੈਂਟ ਕਰਨ ਦੇ ਵਿੱਚ, ਕਿਉਂਕਿ ਉਹਨਾਂ ਦੇ ਵਿੱਚ ਮਾਤਰਾ ਜਿਹੜੀ ਸੀਗੀ ਡਾਇਬੈਟਿਕਸ ਦੀ ਬਹੁਤ ਸਭ ਤੋਂ ਘੱਟ ਸੀ। ਤੇ ਇਹ ਕੋਰਸ ਕਿਸ ਤਰ੍ਹਾਂ ਤੁਹਾਡੀ ਬਿਮਾਰੀ ਠੀਕ ਕਰਦਾ ਹੈ ਇਹ ਮੈਂ ਦੱਸਣਾ ਚਾਹਨਾ ਆ ਕਿ ਤੁਹਾਡੀ ਜ਼ਿਆਦਾਤਰ ਜਿਹੜੀ ਇਨਸੂਲਿਨ ਹੈਗੀ ਆ ਬਾਡੀ ਦੇ ਵਿੱਚ ਉਹਨੂੰ ਪਹਿਲਾਂ ਘਟਾਉਣ ਦੇ ਵਿੱਚ ਇਹ ਕੋਰਸ ਮਦਦ ਕਰਦਾ ਹੈਗਾ ਵਿਦ ਲੋ ਕਾਰਬਸ, ਕਿ ਤੁਸੀਂ ਜਿਹੜੀ ਖੁਰਾਕ ਖਾਂਦੇ ਆ ਉਹਦੇ ਨਾਲ। ਫਿਰ ਤੁਸੀਂ ਵਰਤ ਰੱਖਦੇ ਆ ਉਹਦੇ ਨਾਲ ਵੀ ਇਹ ਕੰਟਰੋਲ ਕਰਦਾ ਹੈ। ਫਿਰ ਤੁਸੀਂ ਕਸਰਤ ਕਰਦੇ ਹੈਗੇ ਆ ਉਹਦੇ ਨਾਲ ਵੀ ਕੰਟਰੋਲ ਕਰਦਾ ਹੈਗਾ ਆ। ਫਿਰ ਕਈ ਤਰ੍ਹਾਂ ਦੀਆਂ ਘਾਟਾਂ ਤੁਹਾਡੇ ਸਰੀਰ ਦੇ ਵਿੱਚ ਨਿਊਟ੍ਰੀਐਂਟਸ ਦੀਆਂ ਹੋ ਜਾਂਦੀਆਂ ਆ ਜਿਹੜੀਆਂ ਕਿ ਨਿਊਟ੍ਰੀਸ਼ਨਲ ਮੈਡੀਸਿਨਸ ਦੇ ਨਾਲ ਤੁਸੀਂ ਉਹਨੂੰ ਪੂਰਨ ਕਰਦੇ ਆ। ਫਿਰ ਕਈ ਮਾਨਸਿਕਤਾ ਤਬਦੀਲੀ ਲਿਆਉਂਦਾ ਹੈਗਾ ਤੁਹਾਡੇ ਦਿਮਾਗ ਦੇ ਵਿੱਚ। ਫਿਰ ਕਈ ਤਰ੍ਹਾਂ ਦੇ ਪੂਰਕ ਤੱਤ ਹੈਗੇ ਆ ਜਿਹੜੇ ਸਪਲੀਮੈਂਟਸ ਹੈਗੇ ਆ ਉਹ ਤੁਹਾਨੂੰ ਦਿੰਦਾ ਹੈਗਾ। ਫਿਰ ਤੁਹਾਡੇ ਕਈ ਤਰ੍ਹਾਂ ਦੇ ਸਟ੍ਰੈਸਰਸ ਹੁੰਦੇ ਆ ਦਿਮਾਗ ਦੇ ਵਿੱਚ, ਪਰੇਸ਼ਾਨੀਆਂ ਹੁੰਦੀਆਂ, ਉਹਨਾਂ ਨੂੰ ਡੀਪ ਸਟ੍ਰੈਸ ਕਰਦਾ ਹੈਗਾ ਆ। ਫਿਰ ਡਿਟੌਕਸ ਹੈ, ਕਈ ਤਰ੍ਹਾਂ ਦੇ ਟੌਕਸਿਨਸ ਤੁਹਾਡੇ ਬਾਡੀ ਦੇ ਵਿੱਚ ਹੈਗੇ ਆ ਉਹਨਾਂ ਨੂੰ ਡਿਟੌਕਸ ਕਰਨ ਦੇ ਵਿੱਚ ਵੀ ਇਹਦਾ ਯੋਗਦਾਨ ਹੈਗਾ ਆ। ਫਿਰ ਸਰੀਰ ਦੇ ਵਿੱਚ ਜਿਹੜੀ ਸੋਜਸ਼ ਆਈ ਹੋਈ ਹੈਗੀ ਆ ਉਹਨੂੰ ਘਟਾਉਣ ਦੇ ਵਿੱਚ ਵੀ ਇਹ ਮਦਦ ਕਰਦਾ ਹੈਗਾ ਆ। ਫਿਰ ਜਿਹੜੀਆਂ ਆਂਤਾਂ ਦੇ ਵਿੱਚ ਸਾਡੇ ਫਰੈਂਡਲੀ ਜਰਮਸ ਹੈਗੇ ਆ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਤੇ ਉਹਨਾਂ ਨੂੰ ਬਹਾਲ ਕਰਨ ਦੇ ਵਿੱਚ ਵੀ ਮਦਦ ਕਰਦਾ ਹੈਗਾ। ਤੁਸੀਂ ਇਸ ਕੋਰਸ ਦੇ ਵਿੱਚ ਕੀ ਸਿੱਖੋਗੇ ਕਿ ਕਿਸ ਤਰ੍ਹਾਂ ਡਾਇਬਟੀਜ਼ ਮਲਾਈਟਿਸ ਨੂੰ ਕਾਬੂ ਕਰੋਗੇ ਤੇ ਕਿਸ ਤਰ੍ਹਾਂ ਤੁਸੀਂ ਇਸ ਆਪਣੇ ਭਾਰ ਨੂੰ ਕਾਬੂ ਕਰੋਗੇ, ਕਿਸ ਤਰ੍ਹਾਂ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਆਪਣੇ ਮਾਨਸਿਕ ਬਦਲਾਵ ਨਾਲ ਬਦਲੋਗੇ ਤੇ ਫਿਰ ਕਿਸ ਤਰ੍ਹਾਂ ਤੁਸੀਂ ਇੱਕ ਨਾਰਮਲ ਵਾਈਬ੍ਰੈਂਟ ਤੇ ਜੋਇਫੁਲ ਇਨਸਾਨ ਬਣ ਜਾਓਗੇ ਤੇ ਆਪਣੀ ਜ਼ਿੰਦਗੀ ਬਤੀਤ ਕਰੋਗੇ।
ये क्यों जरूरी है, ये जिहड़ा सिस्टम है ये तुहानू क्यों जरूरी है। मॉडर्न मैडिसन जिहड़ी है वो सिर्फ अलामतां नू ठीक करदी हैगी आ, ते जिहड़ी जदों तुसी अपना ज्यादा कार्बोहाइड्रेट दा डाइट लेने हो ਤਾਂ ਤੁਹਾਡਾ ਜਿਹੜਾ ਬਲੱਡ ਸ਼ੂਗਰ ਹੈਗੀ ਆ ਉਹ ਤੁਹਾਡੇ ਗਲੂਕੋਮੀਟਰ ਦੇ ਵਿੱਚ ਵੱਧ ਰੀਡਿੰਗ ਦਿੰਦੀ ਹੈਗੀ ਆ। ਤੇ ਜਦੋਂ ਤੁਸੀਂ ਆਪਣੀ ਕਨਵੈਨਸ਼ਨਲ ਮੈਡੀਸਨ ਜਿਹੜੀ ਤੁਹਾਡੇ ਡਾਕਟਰ ਨੇ ਪ੍ਰਸਕ੍ਰਾਈਬ ਕੀਤੀ ਹੋਈ ਆ ਉਹ ਤੁਸੀਂ ਲੈਨੇ ਆ ਤੇ ਤੁਹਾਡੀ ਜਿਹੜੀ ਸ਼ੂਗਰ ਦੀ ਰੀਡਿੰਗ ਹੈਗੀ ਆ ਗਲੂਕੋਮੀਟਰ ਦੇ ਵਿੱਚ ਉਹ ਘਟ ਜਾਂਦੀ ਆ। ਤੁਸੀਂ ਬੜੇ ਪ੍ਰਸੰਨ ਹੁੰਦੇ ਆ ਕਿ ਮੇਰੀ ਸ਼ੂਗਰ ਤਾਂ ਹੁਣ ਠੀਕ ਹੋਣ ਲੱਗ ਪਈ ਆ इस दवाई दे नाल। पर तुसी बड़े गलत फहमी दे विच हो। ये जिहड़ी शूगर है ये तुहाडी ग्लूकोमीटर दे विच घटी हैगी आ, तुहाडी जिहड़ी बीमारी हैगी आ शूगर दी वो नहीं घटी, वो उत्थे ही है जिथे पहला सी, रादर उत्थे ही नहीं है, ये तुहाडी हर वेले वधदी आ। इट इज ए प्रोग्रेसिव डिजीज, ये वधदी आ और तुहानू कंप्लीकेशन दिंदी रहिंदी हैगी। तुहानू कोई भी डॉक्टर इहदे बारे नहीं दसदा ते तुसी इसे ही वहम दे विच वो अपनी दवाई कंटिन्यू रखदे आ और अपने मन नू तसल्ली दे दिंदे आ कि मैनू तां ये बीमारी जिहड़ी आ कंट्रोल आ, पर ये अंदरों ही अंदर तुहानू खाई जाती आ और तुहाडी बीमारी जिहड़ी आ वो वधी जाती आ और एक दिन उस इस तरह पता लगता कि तुहानू आ कंप्लीकेशन हो गई या आ कंप्लीकेशन हो गई आ। कंप्लीकेशन तो ही पता लगता क्योंकि डिजीज जिहड़ी आ प्रोग्रेसिव हो जाती है। तुहानू ये भी महसूस होंदा आ कि पहला तुसी एक गोली नाल ठीक सी, फिर तुहानू 2 गोलियां खाणियां पईयां, फिर 2 गोलियां भी नहीं नाल 3 गोलियां होर खाणियां पईयां, फिर एक ऐसी स्टेज आ जाती है फिर तुहानू इंसुलिन का टीका लवाउणा पिया और तुहानू ਉਹਦੇ ਨਾਲ भी कंट्रोल नहीं होंदी। सो ये बीमारी जिहड़ी आ लगातार वधदी रहिंदी आ और टाइम दे नाल तुहानू पता ही नहीं लगता कि किस तरह ये तुहाडे हत्थों निकल जाती हैगी। सो इस करके ये इहदा हल नहीं है। जिहड़ा पक्का हल है वो असल कारण जिहड़ा हैगा आ वो तुसीं हाले तक सिੱਖਿਆ ही नहीं है, तुहानू पता नहीं लगा है वो असल कारण की है। वो असल कारण की है, ਤੁਹਾਡੇ ਸਰੀਰ ਦੇ ਵਿੱਚ ਜ਼ਿਆਦਾ ਇਨਸੂਲਿਨ ਦੀ ਮਾਤਰਾ ਜਿਹੜੀ ਕਿ ਟਾਈਪ 2 ਡਾਇਬਟੀਜ਼ ਮਲਾਈਟਿਸ ਜਿਹੜੀ ਅਡਲਟ ਔਨਸੈਟ ਡਾਇਬਟੀਜ਼ ਅਸੀਂ ਕਹਿੰਦੇ ਆ ਉਹਦੇ ਵਿੱਚ ਤੁਹਾਨੂੰ ਮਿਲਦੀ ਹੈਗੀ ਆ। ਉਹ ਡਾਇਬਟੀਜ਼ ਮਲਾਈਟਿਸ ਕੀ ਹੈ, ਜਿਹੜੀ ਡਾਇਬਟੀਜ਼ ਟਾਈਪ 1 ਹੈ ਉਹਦੇ ਵਿੱਚ ਇਨਸੂਲਿਨ ਹੁੰਦੀ ਨਹੀਂ ਹੈ ਜਾਂ ਬਹੁਤ ਘੱਟ ਹੁੰਦੀ ਤੁਹਾਡੇ ਬਲੱਡ ਦੇ ਵਿੱਚ, ਕਿਉਂਕਿ ਤੁਹਾਡਾ ਪੈਂਕਰੀਅਸ ਜਿਹੜਾ ਹੈ ਇਨਸੂਲਿਨ ਬਣਾਉਂਦਾ ਹੀ ਬਹੁਤ ਘੱਟ ਹੈਗਾ, ਬਣਾਉਂਦਾ ਹੀ ਨਹੀਂ ਹੈ। ਸੋ ਇਹ ਜਿਹੜੀ ਤੁਹਾਡੀ ਅਡਲਟ ਔਨਸੈਟ ਡਾਇਬਟੀਜ਼ ਹੈਗੀ ਜਿਹਨੂੰ ਅਸੀਂ ਟਾਈਪ 2 ਡਾਇਬਟੀਜ਼ ਮਲਾਈਟਿਸ ਕਹਿੰਦੇ ਹੈਗੇ ਆ, ਉਹਦੇ ਵਿੱਚ ਜ਼ਿਆਦਾ ਇਨਸੂਲਿਨ ਦੀ ਮਾਤਰਾ ਹੋ ਜਾਂਦੀ ਹੈਗੀ ਆ। ਇਸੇ ਕਰਕੇ ਜਿਹੜੀਆਂ ਤੁਹਾਡੀਆਂ ਕੰਪਲੀਕੇਸ਼ਨਸ ਹੈਗੀਆਂ ਆ ਉਹ ਤੁਹਾਡੀ ਡਾਇਬਟੀਜ਼ ਡਿਕਲੇਅਰ ਕਰਨ ਤੋਂ 10-12 ਸਾਲ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ। ਤੁਸੀਂ ਹਾਈ ਕਾਰਬਸ ਜ਼ਿਆਦਾ ਕਾਰਬੋਹਾਈਡਰੇਟ ਲੈਂਦੇ ਹੋ ਤੇ ਤੁਹਾਡਾ ਪੈਂਕਰੀਆਸ ਜਿਹੜੀ ਗਲੈਂਡ ਹੈਗੀ ਆ ਤੁਹਾਡੀ ਪੇਟ ਦੇ ਵਿੱਚ ਸੈਂਟਰ ਦੇ ਵਿੱਚ ਉਹ ਇੱਕ ਹਾਰਮੋਨ ਸਕਰੀਟ ਕਰਦੀ ਆ ਜਿਹਨੂੰ ਅਸੀਂ ਇਨਸੂਲਿਨ ਦਾ ਨਾਮ ਦਿੰਦੇ ਹੈਗੇ ਆ। ਇਨਸੂਲਿਨ ਜਿਹੜੀ ਹੈਗੀ ਆ ਉਹ ਇੱਕ ਚਾਬੀ ਦੀ ਤਰ੍ਹਾਂ ਸਾਡੇ ਜਿਹੜੇ ਸੈੱਲ ਹੈਗੇ ਬਾਡੀ ਦੇ ਟਿਸ਼ੂ ਸੈੱਲਸ ਹੈਗੇ ਆ ਉਹਨਾਂ ਨੂੰ ਉਹਨਾਂ ਦੇ ਦਰਵਾਜ਼ੇ ਖੋਲ ਦਿੰਦੀ ਹੈਗੀ ਆ ਤਾਂ ਕਿ ਜਿਹੜਾ ਸਾਡਾ ਗਲੂਕੋਜ਼ ਹੈਗਾ ਬਲੱਡ ਦੇ ਵਿੱਚ ਉਹ ਸੈੱਲਸ ਦੇ ਵਿੱਚ ਚਲ ਜਾਏ ਤੇ ਸੈੱਲਸ ਦੇ ਵਿੱਚ ਜਾ ਕੇ ਸਾਨੂੰ એનર્ਜੀ ਦੇਵੇ ਔਰ ਉਹ એનર્ਜੀ ਜਿਹੜੀ ਹੈ ਉਹ ਸਾਨੂੰ ਤਾਕਤ ਦਿੰਦੀ ਹੈਗੀ ਆ ਔਰ ਬਲੱਡ ਦੇ ਵਿੱਚੋਂ ਗਲੂਕੋਜ਼ ਜਿਹੜਾ ਹੈਗਾ ਆ ਉਹ ਘਟ ਜਾਂਦਾ ਹੈ ਇਨਸੂਲਿਨ ਦੀ ਮਦਦ ਦੇ ਨਾਲ। ਤੇ ਸਾਡੀ ਜਿਹੜੀ ਬਲੱਡ ਗਲੂਕੋਜ਼ ਲੈਵਲ ਹੈਗਾ ਆ ਉਹ ਸਾਨੂੰ ਨਾਰਮਲਾਈਜ਼ ਕਰ ਦਿੰਦਾ ਹੈ ਕਿਉਂਕਿ ਉਹ ਸਾਰਾ ਗਲੂਕੋਜ਼ ਜਿਹੜਾ ਹੈਗਾ ਆ ਉਹ ਸਾਡੇ ਬਲੱਡ ਸੈੱਲਸ ਦੇ ਵਿੱਚ ਜਾਂ ਸਾਡੇ ਸਟੋਰੇਜ ਦੇ ਵਿੱਚ ਚਲ ਜਾਂਦਾ ਹੈਗਾ। ਇਹ ਸਿਸਟਮ ਜਿਹੜਾ ਹੈਗਾ ਇਹ ਚੱਲਦਾ ਰਹਿੰਦਾ ਹੈਗਾ ਆ ਔਰ ਜਦੋਂ ਅਸੀਂ ਜ਼ਿਆਦਾ ਕਾਰਬੋਹਾਈਡਰੇਟਸ ਖਾਂਦੇ ਆ ਤੇ ਸਾਡੀ ਜਿਹੜੇ ਪੈਂਕਰੀਆਸ ਹੈਗਾ ਆ ਉਹ ਜ਼ਿਆਦਾ ਇਨਸੂਲਿਨ ਦੇ ਦਿੰਦਾ ਹੈਗਾ ਆ
ਔਰ ਉਸ ਇਨਸੂਲਿਨ ਦੇ ਨਾਲ ਸਾਡਾ ਮਤਲਬ ਗਲੂਕੋਜ਼ ਵੀ ਘਟ ਜਾਂਦਾ ਹੈ ਔਰ ਸਾਨੂੰ એનર્ਜੀ ਵੀ ਮਿਲ ਜਾਂਦੀ ਹੈਗੀ ਆ। ਜਦੋਂ ਇਹ ਸਾਰੀ ਇਨਸੂਲਿਨ ਇੰਨੀ ਜ਼ਿਆਦਾ ਸਾਡੇ ਬਲੱਡ ਦੇ ਵਿੱਚ ਹੋ ਜਾਂਦੀ ਆ ਤੇ ਸਾਡੀ ਬੋਡੀ ਦੇ ਸੈਲਸ ਜਿਹੜੇ ਹੈਗੇ ਆ ਇਹਦੇ ਫੰਕਸ਼ਨਸ ਨੂੰ ਰੈਜ਼ਿਸਟ ਕਰਦੇ ਹੈਗੇ ਆ, ਉਹਨੂੰ ਅਸੀਂ ਇਨਸੂਲਿਨ ਰੈਜ਼ਿਸਟੈਂਸ ਕਹਿੰਦੇ ਹੈਗੇ ਆ। ਪਹਿਲਾਂ ਜਿਹੜੀ ਇਨਸੂਲਿਨ ਜਿੰਨੀ ਸਾਨੂੰ ਚਾਹੀਦੀ ਸੀ, ਜਿਹੜੀ ਸਾਡੀ ਬਲੱਡ ਗਲੂਕੋਜ਼ ਨੂੰ ਘਟਾਉਂਦੀ ਸੀ ਜਾਂ ਸਾਡੇ ਸੈੱਲਾਂ ਦੇ ਵਿੱਚ ਗਲੂਕੋਜ਼ ਜਾਂਦਾ ਸੀ, ਹੁਣ ਜ਼ਿਆਦਾ ਇਨਸੂਲਿਨ ਦੀ ਲੋੜ ਪੈ ਜਾਂਦੀ ਆ। ਉਹ ਜ਼ਿਆਦਾ ਇਨਸੂਲਿਨ ਉਹ ਕੰਮ ਕਰੇਗੀ ਕਿਉਂਕਿ ਪਹਿਲੇ ਦੀ ਮਾਤਰਾ ਜਿੰਨੀ ਇਨਸੂਲਿਨ ਹੈਗੀ ਆ ਉਹ ਕੰਮ ਨਹੀਂ ਕਰੇਗੀ। ਸੋ ਇਸ ਕਰਕੇ ਪੈਂਕਰੀਆਸ ਨੂੰ ਹਰ ਵੇਲੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ, ਹੋਰ ਤੇ ਹੋਰ ਇਨਸੂਲਿਨ ਉਹਨੂੰ ਸਕ੍ਰੀਟ ਕਰਨੀ ਪੈਂਦੀ ਆ। ਇਸ ਤਰ੍ਹਾਂ ਇਨਸੂਲਿਨ ਦੀ ਮਾਤਰਾ ਵੀ ਸਾਡੇ ਬਲੱਡ ਦੇ ਵਿੱਚ ਵਧੀ ਜਾਂਦੀ ਆ ਔਰ ਸਾਡੇ ਗਲੂਕੋਜ਼ ਜਿਹੜਾ ਹੈਗਾ ਉਹਨੂੰ ਵੀ ਇਨਸੂਲਿਨ ਦੀ ਮਾਤਰਾ ਜ਼ਿਆਦਾ ਲੋੜ ਪੈਂਦੀ ਆ ਉਹੀ ਕੰਮ ਕਰਨ ਦੇ ਵਿੱਚ। ਸੋ ਇਸ ਕਰਕੇ ਇਨਸੂਲਿਨ ਦੇ ਜ਼ਿਆਦਾ ਨਿਕਲਣ ਦੇ ਕਰਕੇ ਇੱਕ ਸਟੇਜ ਐਸੀ ਆਉਂਦੀ ਆ ਕਿ ਸਾਡਾ ਜਿਹੜਾ ਪੈਂਕਰੀਆਸ ਹੈਗਾ ਆ ਉਹ ਆਪਣੇ ਹੱਥ ਖੜੇ ਕਰ ਦਿੰਦਾ ਹੈਗਾ ਆ ਔਰ ਉਸ ਤੋਂ ਜ਼ਿਆਦਾ ਫਿਰ ਉਹ ਇਨਸੂਲਿਨ ਜ਼ਿਆਦਾ ਸਕ੍ਰੀਟ ਨਹੀਂ ਕਰ ਸਕਦਾ। ਔਰ ਫਿਰ ਕੀ ਹੁੰਦਾ ਆ ਕਿ ਜਦੋਂ ਇਨਸੂਲਿਨ ਜ਼ਿਆਦਾ ਨਹੀਂ ਆਣੀ ਤੇ ਜਿਹੜਾ ਸਾਡਾ ਬਲੱਡ ਸ਼ੂਗਰ ਆ, ਕਿਉਂਕਿ ਅਸੀਂ ਕਾਰਬੋਹਾਈਡਰੇਟ ਲੈਣੇ ਤਾਂ ਬੰਦ ਨਹੀਂ ਕੀਤੇ ਤੇ ਅਸੀਂ ਕਾਰਬੋਹਾਈਡਰੇਟ ਲੈਂਦੇ ਰਹਿੰਦੇ ਆ, ਤਾਂ ਇਸ ਕਰਕੇ ਸਾਡੇ ਬਲੱਡ ਦੇ ਵਿੱਚ ਗਲੂਕੋਜ਼ ਦੀ ਮਾਤਰਾ ਵੱਧ ਜਾਂਦੀ ਆ ਤੇ ਇਨਸੂਲਿਨ ਪੂਰੀ ਆਉਂਦੀ ਨਹੀਂ ਹੈ ਕਿਉਂਕਿ ਪੈਂਕਰੀਆਸ ਪੂਰੀ ਤਰ੍ਹਾਂ ਸਕ੍ਰੀਟ ਨਹੀਂ ਕਰਦਾ। ਤੇ ਇਸ ਕਰਕੇ ਫਿਰ ਸਾਨੂੰ ਉਸ ਵੇਲੇ ਅਸੀਂ ਜਦੋਂ ਬਲੱਡ ਗਲੂਕੋਜ਼ ਟੈਸਟ ਕਰਾਣੇ ਆ ਤੇ ਸਾਨੂੰ ਉਹ ਕਹਿੰਦੇ ਆ ਕਿ ਤੁਸੀਂ ਡਾਇਬਟੀਜ਼ ਦੇ ਸ਼ਿਕਾਰ ਹੋ ਗਏ ਆ। ਇਹ ਉਹ ਸਟੇਜ ਹੈ ਜਦੋਂ ਤੁਹਾਨੂੰ ਡਾਇਬੈਟਿਕ ਡਿਕਲੇਅਰ ਕੀਤਾ ਹੈਗਾ ਔਰ ਇਹ ਸਟੇਜ ਜਿਹੜੀ ਹੈਗੀ ਆ 10-12 ਸਾਲ ਬਾਅਦ ਦੇ ਵਿੱਚ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਡਾਇਬੈਟਿਕ ਹੋ ਗਏ ਆ। ਪਰ ਇਹਦਾ ਜਿਹੜਾ ਪ੍ਰੋਸੈਸ ਸੀ ਉਹ 10-12 ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਤੁਹਾਨੂੰ ਪਤਾ ਵੀ ਨਹੀਂ ਲੱਗਾ। ਤੁਹਾਨੂੰ ਸਾਰੇ ਡਾਕਟਰਾਂ ਨੇ ਕਹਿਤਾ ਤੁਸੀਂ ਤਾਂ ਠੀਕ ਆ, ਬਿਲਕੁਲ ਠੀਕ ਆ। ਪ੍ਰੋਸੈਸ ਇਹ 10-12 ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਔਰ ਤੁਹਾਨੂੰ ਕੰਪਲਿਕੇਸ਼ਨਾਂ ਔਰ ਇਹਦੇ ਸਾਈਡ ਇਫੈਕਟਸ ਜਿਹੜੇ ਸੀ ਉਹ ਤੁਹਾਨੂੰ 10-12 ਸਾਲ ਤੋਂ ਪਹਿਲਾਂ ਹੀ ਦੇਣੇ ਸ਼ੁਰੂ ਹੋ ਗਏ ਸੀ। ਸੋ ਇਸ ਕਰਕੇ ਇਹ ਜਿਹੜਾ ਪ੍ਰੋਬਲਮ ਹੈਗੀ ਆ ਇਹ ਤੁਹਾਨੂੰ ਪਹਿਲਾਂ ਤੋਂ ਹੀ ਸ਼ੁਰੂ ਹੋ ਗਈ ਸੀ ਔਰ ਕੰਪਲਿਕੇਸ਼ਨਾਂ ਜਿਹੜੀਆਂ ਜਿੱਦਾਂ ਕਿ ਮੈਂ ਦੱਸਿਆ ਸੀ ਕਿ ਜਦੋਂ ਤੁਹਾਨੂੰ ਮੈਟਾਬੋਲਿਕ ਸਿੰਡਰੋਮ ਸੀ ਤਾਂ ਤੁਹਾਡੇ ਜਿਹੜੇ ਰਿਸਕ ਸੀਗੇ 4 ਗੁਣਾ ਜ਼ਿਆਦਾ ਸੀ ਨਾਰਮਲ ਆਦਮੀ ਦੇ ਨਾਲੋਂ ਕਾਰਡੀਓਵੈਸਕੂਲਰ ਡੈਥਸ ਦੇ ਲਈ। ਸੋ ਇਹ ਤਾਂ ਇੱਕ ਕਾਰਨ ਸੀ। ਫਿਰ ਤੁਹਾਡਾ ਦੂਜਾ ਕਾਰਨ ਹੈ ਤੁਹਾਡਾ ਮਾਈਂਡ ਸੈਟ, ਤੁਹਾਡੀ ਜਿਹੜੀ ਮਨੋਵਿਗਿਆਨਕ ਜਿਹੜੀ ਸੋਚ ਹੈਗੀ ਆ ਉਹਦੇ ਨਾਲ ਤੁਹਾਡਾ ਹੈ ਜਿਹੜਾ ਕਿ 95% ਕੰਮ ਕਰਦੀ ਹੈਗੀ ਆ। ਫਿਰ ਇੱਕ ਚੀਜ਼ ਹੈ ਤੁਹਾਡੀ ਕਸਰਤ ਦੀ, ਕਿਉਂਕਿ ਕਸਰਤ ਜਿਹੜੀ ਹੈਗੀ ਆ ਡਾਇਬੈਟਿਕਸ ਲਈ ਬਹੁਤ ਜ਼ਰੂਰੀ ਹੈਗੀ ਆ ਕਿਉਂਕਿ ਜਿਹੜੀਆਂ ਤੁਹਾਡੀਆਂ ਮਾਸਪੇਸ਼ੀਆਂ ਹੈਗੀਆਂ ਆ ਉਹਨਾਂ ਨੂੰ ਗਲੂਕੋਜ਼ ਅੰਦਰ ਲੈਣ ਦੇ ਲਈ ਇਨਸੂਲਿਨ ਦੀ ਜ਼ਰੂਰਤ ਨਹੀਂ ਪੈਂਦੀ। ਸੋ ਇਸ ਕਰਕੇ ਜਦੋਂ ਤੁਸੀਂ ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦੇ ਹੋ ਤੇ ਫਿਰ ਤੁਹਾਡੀ ਜਿਹੜੀ ਕਸਰਤ ਹੈਗੀ ਆ ਉਹ ਤੁਹਾਡਾ ਗਲੂਕੋਜ਼ ਜਿਹੜਾ ਤੁਹਾਡੇ ਬਲੱਡ ਤੋਂ ਡਰਾ ਆਊਟ ਕਰ ਲੈਂਦੀ ਆ ਤੇ ਉਹਦੇ ਨਾਲ ਫਿਰ ਤੁਹਾਨੂੰ ਤਾਕਤ ਮਿਲਦੀ ਹੈਗੀ ਆ। ਇਸ ਕਰਕੇ ਤੁਸੀਂ ਜਿਹੜੀਆਂ ਸਟਰੈਂਥਨਿੰਗ ਐਕਸਰਸਾਈਜ਼ਸ ਹੈਗੀਆਂ ਆ, ਸਟ੍ਰੈਚਿੰਗ ਐਕਸਰਸਾਈਜ਼ਸ ਹੈਗੀਆਂ, ਐਰੋਬਿਕ ਐਕਸਰਸਾਈਜ਼ਸ ਹੈਗੀਆਂ ਤੇ ਬੈਲੈਂਸਿੰਗ ਐਕਸਰਸਾਈਜ਼ਸ ਹੈਗੀਆਂ, ਇਹ ਸਾਰੀਆਂ ਤੁਸੀਂ ਕਰ ਸਕਦੇ ਹੋ। ਔਰ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸਣੀ ਚਾਹੁੰਦਾ ਆ ਕਿ ਨਾਰਮਲ ਆਦਮੀ ਲਈ ਅਸੀਂ 5 ਦਿਨ ਹਫਤੇ ਦੇ ਵਿੱਚ ਕਸਰਤ ਲਈ ਐਡਵਾਈਸ ਕਰਦੇ ਆ, ਪਰ ਡਾਇਬੈਟਿਕਸ ਲਈ ਇਹ 7 ਦਿਨ ਬਹੁਤ ਜ਼ਰੂਰੀ ਹੈਗੀ ਆ ਕਿਉਂਕਿ ਤੁਹਾਡਾ ਜਿਹੜਾ ਬਲੱਡ ਗਲੂਕੋਜ਼ ਲੈਵਲ ਹੈ ਉਹ ਅਸੀਂ ਹਰ ਰੋਜ਼ ਇਹਦੇ ਕਸਰਤ ਦੇ ਨਾਲ ਡਾਊਨ ਕਰਨਾ ਹੈਗਾ। ਔਰ ਮੋਰ ਓਵਰ ਜਦੋਂ ਤੁਹਾਡਾ ਇੱਕ ਵਾਰੀ ਕਸਰਤ ਕਰ ਲੈਨੇ ਆ ਤੇ ਤੁਹਾਡੇ ਜਿਹੜੇ ਮਸਲਸ ਹੈਗੇ ਆ ਉਹ ਫਿਰ 24 ਘੰਟੇ ਹੀ ਤੁਹਾਡਾ ਜਿਹੜਾ ਬਲੱਡ ਹੈਗਾ ਆ ਉਹਦੇ ਵਿੱਚੋਂ ਗਲੂਕੋਜ਼ ਕੱਢਦੇ ਰਹਿੰਦੇ ਆ ਆਪਣੇ ਐਕਸ਼ਨਸ ਦੇ ਲਈ। ਸੋ ਇਹ ਬਹੁਤ ਇੰਪੋਰਟੈਂਟ ਹੈਗਾ। ਫਿਰ ਇੱਕ ਗੱਲ ਕਰਾਂਗੇ ਕਿ ਕਸਰਤ ਤੇ ਖੁਰਾਕ। ਕਸਰਤ ਤੇ ਖੁਰਾਕ ਜਿਹੜੀ ਹੈਗੀ ਆ 90% ਲੋਕ ਜਿਹੜੇ ਹੈਗੇ ਆ ਆਪਣਾ ਘੱਟ ਭਾਰ ਜਿਹੜਾ ਹੈਗਾ ਆ ਉਹ ਰੱਖਣ ਲਈ ਤੁਹਾਡੀਆਂ ਕੈਲੋਰੀਜ਼ ਤੇ ਕਸਰਤ ਦੇ ਨਾਲ ਕਾਇਮ ਰੱਖਦੇ ਹੈਗੇ ਆ। ਜਿਨ੍ਹਾਂ ਨੇ ਆਪਣਾ ਵਜ਼ਨ ਘਟਾ ਲਿਆ ਆ ਉਹ ਆਪਣਾ ਭਾਰ ਨੂੰ ਕੰਟਰੋਲ ਰੱਖਣ ਦੇ ਲਈ, ਕਾਇਮ ਰੱਖਣ ਦੇ ਲਈ ਆਪਣੀਆਂ ਜਿਹੜੀਆਂ ਕੈਲੋਰੀਜ਼ ਹੈਗੀਆਂ ਖਾਣ ਦੀਆਂ
और अपनी कसरत हैगी आ, उन्हां दोनों के नाल ही कंट्रोल रखते हैगे आ। पर जे कोई कल्ला ही खुराक दे नाल कहे कि मैं अपना वजन जिहड़ा है वो कायम रखना है, घटिया आ वजन, वो सिर्फ 9% लोग ये कर सकते हैगे आ, 91% नहीं। ते जे कोई कहे कि मैं कल्ला ही कसरत दे नाल ही ये वजन कायम रखना हैगा, कंट्रोल करके घट, ते वो 1% लोग कर सकता, सिर्फ 1%, 100 चो एक बंदा, 99% नहीं कर सकता। सो इस करके सानू कसरत भी करनी है ते नाल सानू कैलोरीज जिहड़ियां है वो भी घटा के रखनियां आ, तां असीं अपना जे वजन घटाया आ ते उहनूं कायम रख सकते हैं। ये एक पिट्सबर्ग यूनीवर्सिटी की डाटाबेस तो लिया गया कथन हैगा आ, जिन्हां कि उन्होंने कोई हज़ारां जिहड़े पेशेंट सी उन्हां ते स्टडी करके ये कथन कटिया है। होलिस्टिक मैडिसन भी असी यूज करते हैगे आ, जिन्हों असी सारी बॉडी का मैडिसन कहने हैगे आ, इलाज कहने आ। एक आत्मा के लैवल के उत्ते, स्पिरिचुअल लैवल के उत्ते भी असर करती हैगी आ, इफेक्ट करती हैगी आ। सबकॉन्शियस माइंड जिहड़ा हैगा साडा ਉਹਦੇ ਤੇ ਵੀ असर करती हैगी आ, फिर चक्कर औरा ते भी करती हैगी आ, ते बॉडी ते भी करती हैगी आ। सो इस तरह साडा ये हर लैवल के उत्ते इफेक्ट हुंदा हैगा। फिर असी न्यूट्रिशनल मैडिसन का भी इस्तेमाल करते हैगे आ। न्यूट्रिशनल मैडिसन जिहड़ी हैगी आ, ਇਹਦੇ ਵਿੱਚ ਅਸੀਂ 60 ਵਿਟਾਮਿਨ 60 ਨਿਊਟ੍ਰੀਐਂਟਸ ਲੈਣੇ ਹੈਗੇ ਆ, ਤੇ 16 ਵਿਟਾਮਿਨਸ ਲੈਣੇ ਹੈਗੇ ਆ, 60 ਮਿਨਰਲਸ ਲੈਣੇ ਆ, 60 ਮਿਨਰਲਸ ਲੈਣੇ ਆ, 16 ਵਿਟਾਮਿਨਸ ਲੈਣੇ ਆ, 12 ਐਸੈਂਸ਼ੀਅਲ ਅਮਾਈਨੋ ਐਸਿਡਸ ਲੈਣੇ ਹੈਗੇ ਆ, 2 ਐਸੈਂਸ਼ੀਅਲ ਫੈਟੀ ਐਸਿਡਸ ਲੈਣੇ ਹੈਗੇ ਆ, फिर वाटर लेने हैगे आ, सनशाइन लेने हैगे आ, ग्राउंडिंग लेने हैं, ते ऑक्सीजन जिहड़ी ब्रीदिंग तो वो लेने हैगे आ। ये सारे न्यूट्रीएंट्स जिहड़े हैगे आ, ये साडे लई बहुत जरूरी हैं। फिर सानू इहदे विच बहुत सारियां रजिस्टेंसिस आ जांदियां हैगियां आ, ते इन्हां रजिस्टेंसिस नूं साडे हीलिंग जर्नी दे विच फंक्शनल मैडिसन एक ऐसी प्रूवन इलाज हैगा आ, ਜਿਹੜਾ ਕਿ ਡਾਇਬਟੀਜ਼ ਨੂੰ ਪ੍ਰੂਵਨ ਹੈਗਾ ਆ ਕਿ ਠੀਕ ਕਰ ਦਿੰਦਾ ਹੈਗਾ ਆ। ਇਨਸੂਲਿਨ ਨੂੰ ਘਟਾਉਣ ਲਈ ਕੰਮ ਕਰਦੀ ਹੈਗੀ ਆ ਇਹ, ਤੇ ਜਿਹੜੇ ਸਾਡੇ ਇੰਟਰਨਲ ਫੀਅਰਸ ਹੈਗੇ ਆ ਉਹਨਾਂ ਨੂੰ ਖਤਮ ਕਰ ਦਿੰਦੀ ਹੈਗੀ ਆ, ਤੇ ਐਕਸਟਰਨਲ ਫੀਅਰਸ ਹੈਗੇ ਆ ਉਹਨਾਂ ਨੂੰ ਵੀ ਖਤਮ ਕਰ ਦਿੰਦਾ ਇਹਦੇ ਇਸ ਕੋਰਸ ਦੇ ਨਾਲ। ਤੇ ਤੁਹਾਡੀ ਮਾਨਸਿਕਤਾ ਕੀ ਹੈਗੀ ਆ ਉਹ ਵੀ ਬਹੁਤ ਇੰਪੋਰਟੈਂਟ ਹੈਗੀ ਆ। ਸਾਡੀ ਮਾਨਸਿਕਤਾ ਹੀ ਸਾਨੂੰ ਸਾਡੀਆਂ ਸੀਮਾਵਾਂ ਦਿੰਦਾ ਹੈ ਕਿ ਅਸੀਂ ਆ ਸਾਡੀਆਂ ਲਿਮਿਟੇਸ਼ਨਸ ਹੈਗੀਆਂ, ਆ ਸਾਡੀਆਂ ਨਹੀਂ ਹੈ। ਇਹਨਾਂ ਸੀਮਾਵਾਂ ਨੂੰ ਸਾਡੇ ਕੋਰਸ ਨਾਲ ਖਤਮ ਕੀਤਾ ਜਾਂਦਾ ਹੈਗਾ ਆ, ਤੇ ਸਾਡਾ ਜਿਹੜਾ ਸਪਿਰਿਚੁਅਲ ਡੀਐਨਏ ਹੈਗਾ ਆ ਉਹ ਬਿਲਕੁਲ ਪਰਫੈਕਟ ਹੈਗਾ ਆ, ਔਰ ਇਹ ਪਰਮਾਤਮਾ ਦੀ ਇੱਕ ਅਦੁੱਤੀ ਦੇਣ ਹੈਗੀ ਆ, ਤੇ ਇਹ ਇੱਕ ਹਰ ਇੱਕ ਦੇ ਵਿੱਚ ਉਹੀ ਡੀਐਨਏ ਪ੍ਰੈਜ਼ੈਂਟ ਹੈਗਾ ਆ। ਹਰ ਇੱਕ ਆਦਮੀ ਇਹ ਕੰਮ ਕਰ ਸਕਦਾ ਹੈ, ਇਹ ਉਹ ਸਭ ਕੁਝ ਜਾਣਦਾ ਹੈਗਾ, ਸਭ ਤੋਂ ਪਾਵਰਫੁਲ ਹੈਗਾ ਤੇ ਹਮੇਸ਼ਾ ਪ੍ਰੈਜ਼ੈਂਟ ਹੈ, ਤੇ ਇਹ ਰੀਅਲ ਯੂ ਹੈ। ਇਹ ਮਤਲਬ ਤੁਸੀਂ ਇੱਕ ਅਧਿਆਤਮਕ ਜੀਵ ਹੋ, ਬੁੱਧੀ ਜੀਵ ਹੋ ਤੇ ਭੌਤਿਕ ਜੀਵ ਹੋ, ਹਰ ਤਰ੍ਹਾਂ ਦਾ ਤੁਹਾਡੇ ਵਿੱਚ ਗੁਣ ਹੈਗਾ ਆ, ਔਰ ਤੁਸੀਂ ਇਸ ਗ੍ਰਹਿ ਦੇ ਕੋਈ ਵੀ ਚੀਜ਼ ਕਰ ਸਕਦੇ ਹੋ ਜੇ ਅਗਰ ਤੁਸੀਂ ਚਾਹੋ ਤੇ। ਵੱਡੀ ਗੱਲ ਇਹ ਹੈ ਕਿ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਅਗਰ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈਗਾ ਆ ਤੇ ਕੋਈ ਵੀ ਚੀਜ਼ ਤੁਹਾਡੇ ਲਈ ਮੁਸ਼ਕਲ ਨਹੀਂ ਹੈ। ਤੁਸੀਂ ਇੱਕ ਬਹੁਤ ਹੀ यूनीक परमात्मा की क्रिएशन होवो, ते तुसी हर चीज़ वो कर सकते हो जिहड़ी तुसी चाहुंदे होवो। ते इस तरह दे नाल मैं तुहानू इहदे विच दसदा हां कि इह साडी एक प्रेजेंटेशन सी। ते इस तो बाद फिर अज दे लई इन्ना ही। शुक्रिया, बहुत मेहरबानी, थैंक यू।